ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ। ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ, ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ। ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ, ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ। ਹੁਣ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ। ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ, 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ। ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ, 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ। ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ, ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ। ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ, ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ। ਹੁਣ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ, ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ, ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ। ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ, ਸਿੱਧੀ ਪਾਉਣੇ ਆਏ ਆ ਵੰਗਾਰ ਤੈਨੂੰ ਨੀ। ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ, ਸਿੱਧੀ ਪਾਉਣੇ ਆਏ ਆ ਵੰਗਾਰ ਤੈਨੂੰ ਨੀ। ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ, ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ। ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ, ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ। ਹੁਣ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ। ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ, ਆਪਣੀ ਬਚਾਉਣੀ ਅਸੀਂ ਪੱਗ ਜਾਣਦੇ। ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ, ਆਪਣੀ ਬਚਾਉਣੀ ਅਸੀਂ ਪੱਗ ਜਾਣਦੇ। ਸਾਡੇ ਖੇਤਾਂ ਤੇ ਰੱਖੇ ਅੱਖ ਦਿੱਲੀਏ, ਕਿਸਾਨ ਤਕਰੀਬਨ 2.5 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਸੜਕਾਂ ਤੇ ਆਪਣੇ ਹੱਕ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ। ਅੱਜ ਇੱਕ ਪਹਿਲਾ ਮੌਕਾ ਹੈ ਦੇਸ਼ ਦੇ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਕਿ ਇੱਕ ਬਹੁਤ ਵੱਡਾ ਅੰਦੋਲਨ, ਔਰ ਉਸ ਅੰਦੋਲਨ ਦੇ ਵਿੱਚ ਅੱਜ ਇੱਕ ਹੋਰ ਵੀ ਉਹਨੂੰ ਜਾਣ ਦੇ ਲਈ ਆਪਣੀ ਕਮੇਟੀ ਨੂੰ ਸਮੁੱਚਾ ਭਾਰਤ ਮੰਗ ਕੀ ਕਹਿਣਾ ਹੈ ਤੁਹਾਡਾ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਕਿਸਾਨਾਂ ਦੀ ਤਾਂ ਕਿ ਇਹ ਦੇਸ਼ ਸક્ષਮ ਬਣੇ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਵੀ ਆਪਣੀ ਆਵਾਜ਼ ਜਿਹੜੀ ਆ ਇਸ ਗੂੰਗੀ ਵਹਿਰੀ ਸਰਕਾਰ ਤੱਕ ਪਹੁੰਚਾਉਣ ਲਈ ਮੌਕਾ ਦਿੱਤਾ। ਵਿਸ਼ੇਸ਼ ਤੌਰ ਤੇ ਧੰਨਵਾਦ ਤੁਹਾਡਾ। ਮੈਂ ਤੁਹਾਡੇ ਮਾਧਿਅਮ ਨਾਲ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਇਹ ਸਰਕਾਰ ਸੋਚਦੀ ਹੈ ਵੀ ਇਕੱਲਾ ਹੀ ਕਿਸਾਨਾਂ ਦਾ ਸੰਘਰਸ਼ ਹੈ, ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਹੈ, ਇਹ ਪੂਰੇ ਪੰਜਾਬੀਅਤ ਔਰ ਬਲਕਿ ਪੂਰੇ ਦੇਸ਼ ਔਰ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ 45,000 ਪਰਿਵਾਰ ਜਿਹੜੇ ਆ ਪੰਜਾਬ ਦੇ ਵਿੱਚ ਇਕੱਲੇ ਹੀ ਜਿਹੜੇ ਕੰਮ ਕਰਦੇ ਆ ਆੜ੍ਹ ਦਾ, ਅਸੀਂ ਸਾਰੇ ਇਹਨਾਂ ਦੇ ਨਾਲ ਹੈ। ਔਰ ਅਸੀਂ ਆਪਣੀ ਜਥੇਬੰਦੀ ਨੇ ਇੱਕ ਪਲੈਨਿੰਗ ਕੀਤੀ ਆ ਵੀ ਹਰ ਰੋਜ਼ 4 ਡਿਸਟ੍ਰਿਕਟਾਂ ਦੇ ਸਾਰੇ ਆੜ੍ਹਤੀਏ ਮਨੀ ਭਾਈਚਾਰਾ ਮਜ਼ਦੂਰ ਨੂੰ ਲੇਬਰ ਨੂੰ ਲੈ ਕੇ ਅਸੀਂ 4 ਡਿਸਟ੍ਰਿਕਟ ਸ਼ੰਭੂ ਬੈਡਰ ਦੇ ਉੱਪਰ 9 ਵਜੇ ਪਹੁੰਚਿਆ ਕਰਾਂਗੇ। ਔਰ ਉੱਥੋਂ 9 ਵਜੇ ਸਾਰੇ ਇਕੱਠੇ ਹੋ ਕੇ 4 ਡਿਸਟ੍ਰਿਕਟ ਦੇ ਜਿਹੜੇ ਆੜ੍ਹਤੀਏ ਆ ਉਹ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਆ ਉਹ ਸ਼ਮੂਲੀਅਤ ਕਰਾਂਗੇ। ਇਸ ਸੰਘਰਸ਼ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਜਾਂ ਸਟੇਟ ਗਵਰਨਮੈਂਟ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਵੀ ਹੈ ਉਹਨਾਂ ਦੇ ਮੰਤਰੀ ਜਾਂ ਉਹਨਾਂ ਦੇ ਕੁਝ ਕੇਂਦਰੀ ਲੋਕ ਕਹਿ ਰਹੇ ਨੇ ਕਿ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਰਹਿ ਗਿਆ, ਇਹ ਪੋਲੀਟੀਕਲ ਹੋ ਗਿਆ। ਇਹ ਤਾਂ ਸ਼ਰਮਾ ਜੀ ਮੈਂ ਤੁਹਾਡੇ ਮਾਧਿਅਮ ਤੋਂ ਫਿਰ ਇਹਨਾਂ ਨੂੰ ਦੁਬਾਰਾ ਪੁੱਛਣਾ ਚਾਹੁੰਦਾ ਤੁਹਾਡੇ ਮੈਂ ਕੀ ਉਹਨਾਂ ਨੂੰ ਘੁਸਪੈਠੀਏ ਕਵਾਂ ਜਾਂ ਮੈਂ ਤੁਹਾਡੇ ਵਰਕਰ ਕਵਾਂ ਜਾਂ ਤੁਹਾਡੇ ਮੈਂ ਲੀਡਰ ਕਵਾਂ ਜਿਹੜੇ ਉੱਥੇ ਬਾਰਡਰਾਂ ਦੇ ਉੱਪਰ ਤੁਹਾਡੇ ਬੀਜੇਪੀ ਦੇ ਲੀਡਰ ਸਾਹਿਬਾਨ ਜਾ ਕੇ ਇਸ ਕਿਸਾਨ ਰੋਸ ਮੁਜ਼ਾਹਰਿਆਂ ਦੇ ਵਿੱਚ ਬੈਠਦੇ ਆ
ਕੀ ਉਹ ਕਿਸਾਨੀ ਨਾਲ ਹਮਦਰਦੀ ਜ਼ਾਹਰ ਕਰਨ ਜਾਂਦੇ ਆ ਜਾਂ ਉੱਥੋਂ ਖੁਫੀਆ ਤੰਤਰ ਬਣ ਕੇ ਉੱਥੇ ਦੀ CID ਲੈਣੀ ਚਾਹੁੰਦੇ ਆ? ਇਹ ਆਪਣੇ ਲੀਡਰ ਸਾਹਿਬਾਨਾਂ ਨੂੰ ਪੁੱਛ ਲੈਣ। ਮੀਡੀਆ ਰਾਹੀਂ ਸਾਰਾ ਬੜਾ ਸੁੱਚੇ ਤੇ ਸੱਚੇ ਤਰੀਕੇ ਦੇ ਨਾਲ ਮੀਡੀਆ ਰਾਹੀਂ ਪ੍ਰਕਾਸ਼ਿਤ ਕੀਤਾ ਜਾ ਰਿਹਾ। ਉੱਥੇ ਹਿੰਦੂ, ਮੁਸਲਮ, ਸਿੱਖ, ਈਸਾਈ ਸਾਰੇ ਜਿਹੜੇ ਲੋਕ ਹੈ, ਸਾਰੇ ਧਰਮਾਂ ਦੇ ਜਿਹੜੇ ਲੋਕ ਹੈ, ਕਿਸਾਨ ਯੂਨੀਅਨ ਦੇ ਇਸ ਵਿਰੋਧ ਦੇ ਨਾਲ ਆ, ਕਿਉਂਕਿ ਇਹ ਵਿਰੋਧ ਬੜਾ ਸੱਚਾ ਤੇ ਸੁੱਚਾ ਆ। ਇਸ ਕਰਕੇ ਅਸੀਂ ਸਾਰੇ ਇਹਨਾਂ ਦੇ ਨਾਲ ਹਾਂ। ਦੇਖੋ ਗੱਲ ਫਗਵਾੜੇ ਦੀ ਕਰਾਂਗੇ। ਫਗਵਾੜੇ ਦਾ ਜਿਹੜਾ ਮਤਲਬ ਫਗਵਾੜਾ ਦੁਆਬੇ ਦੇ ਵਿੱਚ ਕਿਸਾਨੀ ਦਾ ਬੜਾ ਅਹਿਮੀਅਤ ਰੋਲ ਅਦਾ ਕਰਦਾ ਹੈ। ਇਹਦੇ ਵਿੱਚ ਸਾਡੇ ਦੁਆਬੇ ਦੇ ਵਿੱਚੋਂ ਹੁਸ਼ਿਆਰਪੁਰ ਦੇ ਲੋਕ ਸਭਾ ਸਾਂਸਦ ਅਤੇ ਕੇਂਦਰ ਸਰਕਾਰ ਦੇ ਰਾਜਿਆ ਮੰਤਰੀ ਸੋਮ ਪ੍ਰਕਾਸ਼ ਜੀ ਜੈਨ ਤੇ ਇਸ ਵੇਲੇ ਰਾਜਿਆ ਮੰਤਰੀ ਦਾ ਰੂਪ ਨਿਭਾ ਰਹੇ ਨੇ। ਕਿਆ ਉਹਨਾਂ ਨੂੰ ਕਿਸਾਨ ਦੇ ਨਾਲ ਹਮਦਰਦੀ ਨਹੀਂ? 2.5 ਮਹੀਨਿਆਂ ਤੋਂ 2 ਮਹੀਨਿਆਂ ਤੋਂ ਐਡਾ ਵੱਡਾ ਅੰਦੋਲਨ ਹੋ ਰਿਹਾ, ਕਿਆ ਉਹ ਫਗਵਾੜੇ ਨੂੰ ਜਾਂ ਕਿਸਾਨ ਨੂੰ ਖੁਸ਼ ਨਹੀਂ ਦੇਖਣਾ ਚਾਹੁੰਦੇ ਨੇ? ਇਹ ਤਾਂ ਦੇਖੋ ਜੀ, ਸੋਮ ਪ੍ਰਕਾਸ਼ ਕੈਨ ਜੀ ਬੜੇ ਪੜ੍ਹੇ ਲਿਖੇ ਔਰ ਮੈਂ ਸਮਝਦਾ ਵੀ ਹੁਣ ਤੱਕ ਕਾਫੀ ਦੇਰ ਉਹਨਾਂ ਨੂੰ ਸਿਆਸਤ ਦੇ ਵਿੱਚ ਵੀ ਹੋ ਗਏ 10-12 ਸਾਲ, ਬਈ ਇਹ ਤਾਂ ਉਹੀ ਜਵਾਬ ਜ਼ਿਆਦਾ ਵਧੀਆ ਤਰੀਕੇ ਨਾਲ ਦੇ ਸਕਦੇ ਆ। ਬਾਕੀ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਕਿਸਾਨ ਵੀਰਾਂ ਨੇ ਜਾਂ ਜਿਹੜੇ ਪੰਜਾਬੀ ਆ ਉਹਨਾਂ ਨੂੰ ਇਹ ਦੱਸ ਦੇਣਾ ਵੀ ਤੁਸੀਂ ਉਸ ਵੇਲੇ ਔਖੇ ਟਾਈਮ 'ਚ ਕਿੱਥੇ ਖੜੇ ਸੀ ਤੇ ਅੱਜ ਹੁਣ ਤੁਸੀਂ ਵੋਟਾਂ ਮੰਗਣ ਲਈ ਰਾਜ ਭਾਗ ਦਾ ਆਨੰਦ ਮਾਣਨ ਲਈ ਫਿਰ ਦੁਬਾਰਾ ਸਾਡੇ ਕੋਲ ਆਏ ਆ। ਇਹ ਵੀਰ ਉਹਨਾਂ ਨੂੰ ਇਹਦਾ ਜਵਾਬ ਦੇਣਗੇ ਬਾਖੂਬੀ। ਆ ਜਿਹੜਾ ਪ੍ਰਦਰਸ਼ਨ ਸਿਰਫ ਦੇਸ਼ ਦੇ ਵਿੱਚ ਹੀ ਨਹੀਂ ਰਹਿ ਗਿਆ, ਭਾਰਤ ਦੇ ਵਿੱਚ ਨਹੀਂ ਰਹਿ ਗਿਆ, ਵਿਦੇਸ਼ਾਂ ਦੇ ਵਿੱਚ ਹੁਣ ਤੱਕ ਅੰਬੈਸੀਆਂ ਦੇ ਵਿੱਚ ਵੀ ਜਾ ਕੇ ਪ੍ਰਦਰਸ਼ਨ ਲੱਗ ਰਿਹਾ। ਕੀ ਸਰਕਾਰ ਨੂੰ ਸੋਚਣਾ ਨਹੀਂ ਚਾਹੀਦਾ ਕਿ ਅੰਤਰਰਾਸ਼ਟਰੀ ਪੱਧਰ ਤੇ ਜਾਂ ਦੇਸ਼ ਦੀ ਬਦਨਾਮੀ ਨਹੀਂ ਹੋ ਰਹੀ ਹੈ ਜਾਂ ਦੇਸ਼ ਤੇ ਮਾੜਾ ਅਸਰ ਨਹੀਂ ਪਊਗਾ ਇਸ ਚੀਜ਼ ਦਾ? ਸਾਡੀ ਇਹ ਮੇਰਾ ਇੱਕ ਕੁਐਸਚਨ ਇਹਦੇ ਉੱਤੇ ਹੀ ਬੇਸਡ ਹੈ ਕਿ ਇਹ ਸਰਕਾਰ ਵੀ ਸਰਕਾਰ ਬਣਾਉਣ ਦੇ ਕਾਬਿਲ ਹੈ ਜਾਂ ਸਰਕਾਰ ਕਹਿਲਾਉਣ ਦੇ ਕਾਬਿਲ ਹੈ, ਇਹ ਸਭ ਨੂੰ ਦੇਖਦੇ ਹੋਏ। ਦੇਖੋ, ਮੈਂ ਪਹਿਲਾਂ ਵੀ ਬਾਰ-ਬਾਰ ਬੇਨਤੀ ਕੀਤੀ ਹੈ, ਇਹ ਗੂੰਗੀ ਵਹਿਰੀ ਸਰਕਾਰ ਹੈ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਨਾਲ ਖਰੀਦੀ ਹੋਈ ਮੈਂ ਕਹਿ ਸਕਦਾ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਫੰਡਿੰਗ ਇੰਨੀ ਕੁ ਕਰਤੀ ਆ। ਅੱਜ ਇਹ ਚਾਹੁੰਦੇ ਹੋਏ ਵੀ ਕਿ ਅਸੀਂ ਗਲਤ ਕਾਨੂੰਨ ਬਣਾ ਚੁੱਕੇ ਆ, ਇਹਨਾਂ ਨੂੰ ਕਾਨੂੰਨ ਨੂੰ ਕਿਸ ਤਰ੍ਹਾਂ ਧੱਕੇ ਦੇ ਨਾਲ ਜ਼ੋਰ ਜ਼ਰਬੀ ਜਿਹੜਾ ਇਹ ਕਾਨੂੰਨਾਂ ਨੂੰ ਬਣਾਇਆ। ਔਰ ਤੁਹਾਨੂੰ ਪਤਾ ਲੋਕ ਸਭਾ ਦੇ ਵਿੱਚ ਜਦੋਂ ਵੀ ਕੋਈ ਇਹੋ ਜਿਹਾ ਹੁੰਦਾ, ਇੱਕ ਬੰਦਾ ਵੀ VOTING ਕਰ ਲੈ ਕਹਿ ਦੇਵੇ ਤਾਂ ਉੱਥੇ VOTING ਹੁੰਦੀ ਆ। ਮੋਦੀ ਸਾਹਿਬ ਨੇ ਉੱਥੇ ਵੀ ਕੁਚਲ ਦਿੱਤਾ ਲੋਕਤੰਤਰ ਨੂੰ, ਉੱਥੇ VOTING ਨਹੀਂ ਹੋਣ ਦਿੱਤੀ। ਵੌਇਸ ਦੇ ਉੱਪਰ ਇਹਨੂੰ ਕਾਨੂੰਨ ਨੂੰ ਲਾਗੂ ਕਰਵਾਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਉਹ VOTING ਕਰਾਉਂਦੇ ਆ ਤੇ ਕਾਨੂੰਨ ਪਾਸ ਨਹੀਂ ਹੋਣਾ। ਸੋ ਮੇਰਾ ਇਹਨੇ ਸਰਕਾਰ ਨੂੰ ਫਿਰ ਹੱਥ ਜੋੜ ਕੇ ਹੀ ਬੇਨਤੀ ਆ ਕਿ ਉਹ ਜਿਹੜਾ ਹੈਗਾ ਆ ਇਹਨਾਂ ਦੇ ਉੱਪਰ ਅੱਛੇ ਤਰੀਕੇ ਨਾਲ ਵਿਚਾਰ ਕਰੇ। ਕਾਰਪੋਰੇਟ ਘਰਾਣਿਆਂ ਨੂੰ ਉਹਨਾਂ ਨੇ ਅੱਗੇ ਬਹੁਤ ਜ਼ਿਆਦਾ ਰਜਾਇਆ ਹੋਇਆ ਆ, ਹੋਰ ਮਤ ਰਜਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਇਹਦੇ ਨਾਲ ਪੰਜਾਬ ਨਹੀਂ, ਮੈਂ ਸਮਝਦਾ ਆ ਬਹੁਤ ਸਾਰੀਆਂ ਹੋਰ ਸਟੇਟਾਂ ਵੀ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੀਆਂ। ਔਰ ਜਿਹੜਾ ਇਹ ਐਜੂਕੇਸ਼ਨ ਚੱਲ ਰਹੀ ਆ ਇਹਦੇ ਨਾਲ ਬਹੁਤ ਵੱਡਾ ਦੇਸ਼ ਦਾ ਨੁਕਸਾਨ ਹੋਏਗਾ। ਇਹ ਦੇਸ਼ ਦੇ ਵਿੱਚ ਕਰੋਨਾ ਦਾ ਬੜਾ ਵੱਡਾ ਸੰਕਟ ਰਿਹਾ ਔਰ ਉਸ ਤੋਂ ਬਾਅਦ ਹੁਣ ਉਸ ਤੋਂ ਕਰੋਨਾ ਦਾ ਟਾਈਮ ਵੀ ਚੱਲ ਰਿਹਾ, ਉਸ ਤੋਂ ਬਾਅਦ ਬਹੁਤ ਵੱਡਾ ਸੰਘਰਸ਼ ਚੱਲ ਰਿਹਾ। ਕੇਂਦਰ ਸਰਕਾਰ ਨੂੰ ਕਰੋਨਾ ਦੇ ਕਾਲ ਦੇ ਵਿੱਚ, ਕਰੋਨਾ ਦੇ ਸਮੇਂ ਦੇ ਵਿੱਚ ਇਸ ਬਿੱਲ ਨੂੰ ਲਿਆਉਣ ਦੀ ਕੀ ਜ਼ਰੂਰਤ ਪੈ ਗਈ? ਉਹੀ ਸ਼ਰਮਾ ਜੀ ਗੱਲ ਫਿਰ ਬਾਰ-ਬਾਰ ਆ ਰਹੀ ਆ। ਅਗਰ ਇਹ ਬਿੱਲ ਸਹੀ ਹੁੰਦੇ, ਇਹ ਕਿਸਾਨੀ ਹਿੱਤ ਦੇ ਵਿੱਚ ਹੁੰਦੇ ਤੇ ਕਰੋਨਾ ਕਾਲ 'ਚ ਨਹੀਂ ਲਿਆਂਦੇ ਜਾਣੇ ਸੀ। ਇਹ ਸਹੀ ਟਾਈਮੇ ਤੇ ਨਾਰਮਲ ਪੋਜੀਸ਼ਨ ਦੇ ਵਿੱਚ ਬਿੱਲ ਲਿਆਉਣੇ ਜਾਣੇ ਸੀ, ਕਿਉਂਕਿ ਕਰੋਨਾ ਕਾਲ ਦੇ ਵਿੱਚ ਉਹਨਾਂ ਨੇ ਸੋਚਿਆ ਵੀ ਲੋਕੀ ਇਕੱਠੇ ਨਹੀਂ ਹੋਣਗੇ, ਐਜੀਟੇਸ਼ਨਾਂ ਹੋਣਗੀਆਂ ਨਹੀਂ, ਉਹਨਾਂ ਨੇ ਉਸ ਵੇਲੇ ਧੱਕੇ ਨਾਲ ਥੋਪੇ ਆ। ਲੇਕਿਨ ਉਹਨਾਂ ਨੂੰ ਆ ਜੋ ਅੱਜ ਹੋ ਰਿਹਾ ਇਹਦੇ ਬਾਰੇ ਕੋਈ ਉਹਨਾਂ ਦਾ ਦਿਮਾਗ ਦੇ ਵਿੱਚ ਨਹੀਂ ਸੀ ਇਹੋ ਜਿਹਾ ਕੁਝ ਹੋਏਗਾ। ਔਰ ਮੈਂ ਤੁਹਾਨੂੰ ਦੱਸਦਾ, ਜੇ ਕੱਲ ਜਾਂ ਅਗਲੇ 1-2 ਦਿਨਾਂ ਦੇ ਵਿੱਚ, ਇਸ ਹਫ਼ਤੇ ਦੇ ਵਿੱਚ ਇਹਦਾ ਕੋਈ ਫੈਸਲਾ ਨਾ ਹੋਇਆ ਤਾਂ ਇਹ ਅੰਦੋਲਨ ਜਿਹੜਾ ਆ ਇਸ ਹੱਦ ਤੱਕ ਪਹੁੰਚ ਜਾਏਗਾ ਕਿ ਮੋਦੀ ਸਾਹਿਬ ਨੇ ਕਦੀ ਸੁਪਨਾ ਵੀ ਨਹੀਂ ਲਿਆ ਹੋਊਗਾ। ਨਰੇਸ਼ ਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹੂੰਗਾ ਕਿਉਂਕਿ ਤੁਸੀਂ ਆੜਤੀ ਐਸੋਸੀਏਸ਼ਨ ਨਾਲ ਸੰਬੰਧ ਰੱਖਦੇ ਹੋ। ਸੰਨ 2014 ਤੋਂ ਪਹਿਲਾਂ ਇਹ ਜਿਹੜੀ ਭਾਜਪਾ ਸਰਕਾਰ ਹੈ ਕਿ ਆੜਤੀਆਂ ਦੀ ਬਹੁਤ ਜ਼ਿਆਦਾ ਹਿਮਾਇਤੀ ਸੀ। ਉਹ ਕਹਿੰਦੇ ਸੀ ਮਿਡਲਮੈਨ ਬਹੁਤ ਜ਼ਰੂਰੀ ਆ, ਮਿਡਲਮੈਨ ਨਹੀਂ ਨਿਕਲਣੇ ਚਾਹੀਦੇ, ਕਾਰਪੋਰੇਟ ਹਾਊਸ ਨਹੀਂ ਨਿਕਲਣੇ ਚਾਹੀਦੇ। ਉਹਨਾਂ ਨੇ 2014 'ਚ ਵੋਟਾਂ ਵੀ ਇਹ ਕਹਿ ਕੇ ਲਿੱਤੀਆਂ ਕਿ ਸਾਨੂੰ APMC ਮੰਡੀਆਂ ਕਾਇਮ ਰੱਖਣੀਆਂ ਚਾਹੀਦੀਆਂ, ਆੜਤੀਆਂ ਨੂੰ ਸਾਨੂੰ ਸਟਰੋਂਗ ਕਰਨਾ ਚਾਹੀਦਾ ਹੈ ਔਰ ਆੜਤੀ ਅਟੁੱਟ ਅੰਗ ਹਨ ਕਿਸਾਨਾਂ ਦਾ। ਬਟ ਜਿੱਦਾਂ ਹੀ 2014 ਚ ਉਹਨਾਂ ਦੀ ਸਰਕਾਰ ਬਣੀ, ਉਹਨਾਂ ਦਾ ਰਵੱਈਆ ਬਦਲ ਗਿਆ ਔਰ ਹੁਣ ਉਹ ਦੂਜੀ ਰਾਹ ਤੇ ਚੱਲ ਰਹੇ ਹਨ। ਕੀ ਤੁਹਾਡਾ ਕਹਿਣਾ ਇਸ ਬਾਰੇ? ਦੇਖੋ, ਇਹ ਮੋਦੀ ਸਾਹਿਬ ਦਾ ਮੈਂ ਸਮਝਦਾ ਬਹੁਤ ਹੀ ਹੰਕਾਰ ਭਰਿਆ ਜਿਹੜਾ ਫੈਸਲਾ ਆ। ਔਰ ਕਿਉਂਕਿ ਉਹਨਾਂ ਨੇ ਪਿੱਛੇ GST, ਨੋਟਬੰਦੀ ਜਾਂ 370 ਜਿੰਨੇ ਵੀ ਕੰਮ ਧੱਕੇ ਦੇ ਨਾਲ ਕੀਤੇ, ਔਰ ਉਹ ਮੈਂ ਕਹਿ ਸਕਦਾ ਕਿਸੇ ਇੱਕ ਵਪਾਰੀ ਲਈ ਜਾਂ ਕਿਸੇ ਇੱਕ ਸੰਸਥਾ ਲਈ ਜਾਂ ਕਿਸੇ ਇੱਕ ਵਰਗ ਦੇ ਸੀ, ਹੌਲੀ ਹੌਲੀ ਉਹਨਾਂ ਨੂੰ ਦੱਬਿਆ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ 2-4 ਮਿੱਤਰ ਆ, ਅਡਾਨੀ, ਅਵਾਨੀ, ਇਹਨਾਂ ਨੂੰ ਉਹਨਾਂ ਨੇ ਅਮੀਰ ਤੋਂ ਹੋਰ ਅਮੀਰ ਬਣਾਉਣ ਦੇ ਲਈ
ਇੱਕ ਇਹ ਵੀ ਸਟੈਪ ਲੈ ਲਿਆ ਔਰ ਭੁੱਲ ਗਏ ਵੀ 2014 ਵਿੱਚ ਲੋਕਾਂ ਨਾਲ ਕੀ ਵਾਅਦੇ ਕੀਤੇ ਸੀ, ਕਿਸਾਨ ਭਰਾਵਾਂ ਨਾਲ ਕੀ ਵਾਅਦੇ ਕੀਤੇ ਸੀ, ਵਪਾਰੀਆਂ ਨਾਲ ਕੀ ਵਾਅਦੇ ਕੀਤੇ ਸੀ। ਉਹਨਾਂ ਸਾਰੇ ਚੀਜ਼ਾਂ ਨੂੰ ਛਿੱਕੇ ਟੰਗ ਕੇ ਉਹਨਾਂ ਨੇ ਧੱਕੇ ਨਾਲ ਇਹ ਕਾਨੂੰਨ ਬਣਾਏ ਆ ਔਰ ਇਹਨਾਂ ਕਾਨੂੰਨਾਂ ਨੂੰ ਉਹਨਾਂ ਨੂੰ ਵਾਪਸ ਲੈਣਾ ਪਊਗਾ। ਜਿੰਨੀ ਉਹ ਇਹਦੇ ਵਿੱਚ ਦੇਰੀ ਕਰਦੇ ਆ ਉਨਾ ਹੀ ਉਹ ਮੈਂ ਸਮਝਦਾ ਆਪਣਾ ਔਰ ਆਪਣੀ ਪਾਰਟੀ ਦਾ ਨੁਕਸਾਨ ਕਰਾਉਂਦੇ। ਜਿੰਨੇ ਉਹ ਬਹੁਮਤ ਦੇ ਵਿੱਚ ਜਿੱਦਾਂ ਆਏ ਸੀ ਉਨੇ ਹੀ ਬੁਰੀ ਤਰ੍ਹਾਂ ਉਹ ਜਿਹੜਾ ਸਰਕਾਰ ਤੋਂ ਬਾਹਰ ਹੋਣਗੇ। ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੂੰਗਾ ਕਿ ਐਵਰੇਜ ਪਰ ਕੈਪੀਟਾ ਇਨਕਮ ਫਾਰਮਰਸ ਦੀ ਕੱਢੀ ਜਾਂਦੀ ਹੈ ਪੂਰੇ ਦੇਸ਼ ਦੇ ਵਿੱਚ ਸਟੈਟਿਸਟਿਕਸ ਦੇ ਉਹਨਾਂ ਅਨੁਸਾਰ, ਉਹਦੇ ਵਿੱਚ ਪੰਜਾਬ ਦੇ ਫਾਰਮਰਸ ਦੀ ਇਨਕਮ 18,000 ਦੇ ਆਸ-ਪਾਸ ਹੈਗੀ ਹੈ ਪਰ ਕੈਪੀਟਾ ਇਨਕਮ, ਔਰ ਜਦ ਕਿ ਦੇਸ਼ ਦੀ ਐਵਰੇਜ ਹੈ 6400 ਰੁਪਏ ਦੇ ਆਸ-ਪਾਸ ਹੈ। ਔਰ ਕੁਝ ਸਟੇਟਾਂ ਦੀ ਆਪਾਂ ਦੇਖਾਂਗੇ 1000 ਰੁਪਏ ਤੋਂ ਵੀ ਘੱਟ ਹੈ ਪਰ ਕੈਪੀਟਾ ਇਨਕਮ, ਮਤਲਬ ਸਾਲਾਨਾ ਉਹਨਾਂ ਦੀ ਕਿਸਾਨ ਦੀ ਇਨਕਮ 1000 ਰੁਪਏ ਤੋਂ ਵੀ ਘੱਟ ਹੈ। ਨੈਸ਼ਨਲ ਐਵਰੇਜ 6400 ਰੁਪਏ ਹੈ ਔਰ ਪੰਜਾਬ ਔਰ ਹਰਿਆਣੇ ਦੇ ਵਿੱਚ 18,000 ਦੇ ਆਸ-ਪਾਸ ਹੈ। ਖਾਸ ਕਰ ਪੰਜਾਬ 'ਚ 18,000 ਦੀ ਹੈ ਔਰ ਹਰਿਆਣੇ 'ਚ 18,000 ਤੋਂ ਵੀ ਘੱਟ ਹਨ। ਇਹਦੇ 'ਚ ਜੋ ਸਾਨੂੰ ਦੇਖਣ ਨੂੰ ਮਿਲਿਆ ਕਿ APMC ਮੰਡੀਆਂ ਪੰਜਾਬ ਔਰ ਹਰਿਆਣਾ 'ਚ ਹੀ ਸਟਰੋਂਗ ਹਨ, ਬਾਕੀ ਦੇਸ਼ ਦੇ ਕਾਫੀ ਸੂਬਿਆਂ ਦੇ ਵਿੱਚ ਹੈ ਹੀ ਨਹੀਂ। ਜੇ ਹੈਗੀਆਂ ਵੀ ਹੈ ਤਾਂ ਉਹ ਇੰਨੀਆਂ ਮਜ਼ਬੂਤ ਨਹੀਂ ਹਨ ਕਿ ਉਹ ਖਰੀਦ ਕਰ ਸਕਣ MSP ਦੇ ਉੱਤੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਬਾਕੀ ਸਟੇਟਾਂ ਦੇ ਵਿੱਚ ਵੀ APMC ਮੰਡੀਆਂ ਸਟਰੋਂਗ ਹੋਣੀਆਂ ਚਾਹੀਦੀਆਂ ਹਨ ਕਿ ਨਹੀਂ ਹੋਣੀਆਂ ਚਾਹੀਦੀਆਂ, ਔਰ ਕੀ ਜਿਹੜਾ ਐਵਰੇਜ ਪਰ ਕੈਪੀਟਾ ਇਨਕਮ ਹੈਗਾ ਇਹਦੇ ਨਾਲ ਦਾ ਕੋਈ APMC ਮੰਡੀਆਂ ਨਾਲ ਲਿੰਕ ਹੈ ਵੀ ਕਿ ਨਹੀਂ ਹੈ? ਤੁਹਾਡੇ ਕੀ ਵਿਚਾਰ ਹਨ ਇਸ 'ਤੇ? ਦੇਖੋ, ਜਿੱਥੇ ਤੱਕ ਤੁਸੀਂ ਪੰਜਾਬ ਦੇ ਕਿਸਾਨ ਦੀ ਇਨਕਮ ਦੀ ਗੱਲ ਕੀਤੀ ਹੈ, ਮੈਂ ਕਹਿ ਸਕਦਾ ਵੈਸੇ ਤਾਂ ਸਮੁੱਚੇ ਦੇਸ਼ ਦੇ ਵਿੱਚ ਪਰ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਬਹੁਤ ਸਾਰੇ ਸਾਡੇ ਜ਼ਿਮੀਂਦਾਰਾਂ ਦੇ ਜਿਹੜੇ ਬੱਚੇ ਆ, ਨੌਜਵਾਨ ਆ, ਵੀਰ ਸਾਡੇ, ਉਹ ਵਿਦੇਸ਼ਾਂ ਦੇ ਵਿੱਚ ਗਏ ਹੋਏ ਆ। ਉਹ ਵਿਦੇਸ਼ਾਂ 'ਚ ਜਾ ਕੇ ਉਹਨਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਆਪਣੇ ਪਿੱਛੇ ਪੰਜਾਬ ਦਾ ਬਹੁਤ ਉਹਨਾਂ ਨੂੰ ਪਿਆਰ ਹੈ, ਪੰਜਾਬ ਦੀ ਮਿੱਟੀ ਨਾਲ ਉਹਨਾਂ ਨੂੰ ਬਹੁਤ ਪਿਆਰ ਹੈ। ਉਹ ਬਹੁਤ ਸਾਰਾ ਪੈਸਾ ਆਪਣਾ ਹੱਕ ਦਾ 9 ਮਾਸ ਦੀ ਕਮਾਈ ਕਰਕੇ ਉਹ ਆਪਣੇ ਪੇਰੈਂਟਸ ਨੂੰ ਭੇਜਦੇ ਆ। ਉਹ ਪੈਸਾ ਬਹੁਤ ਸਾਰਾ ਜਿਹੜੇ ਆ ਸਾਡੇ ਫਾਰਮਰ ਜ਼ਿਮੀਂਦਾਰ ਭਰਾ ਉਹ ਕਿਸਾਨੀ ਦੇ ਵਿੱਚ ਯੂਜ਼ ਕਰਦੇ ਆ। ਤੁਸੀਂ ਦੇਖਿਆ ਉਹਨਾਂ ਕੋਲ ਵੱਖਰੇ ਵੱਖਰੇ ਤਰ੍ਹਾਂ ਦੇ ਲੇਟੈਸਟ ਤੋਂ ਲੇਟੈਸਟ ਜਿਹੜੇ ਮਸ਼ੀਨਰੀ ਆ। ਇਸੇ ਤਰ੍ਹਾਂ ਜਿਹੜੇ ਪੰਜਾਬ ਦੇ ਆੜ੍ਹਤੀ ਆ ਉਹਨਾਂ ਦਾ ਕਿਸਾਨਾਂ ਨਾਲ 9 ਮਾਸ ਦਾ ਰਿਸ਼ਤਾ ਆ। ਜਦੋਂ ਵੀ ਕਿਸੇ ਵੇਲੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਔਕੜ ਆਉਂਦੀ ਆ, ਮੈਂ ਕਹਿ ਸਕਦਾ ਹਾਂ ਵੀ ਬੈਂਕਾਂ ਦਾ ਵੀ ਜਾਂ ਹੋਰ ਵੀ ਅਦਾਰਿਆਂ ਦਾ ਕੋਈ ਨਾ ਕੋਈ ਫੰਡਿੰਗ ਦਾ ਟਾਈਮ ਹੁੰਦਾ, ਲੇਕਿਨ ਆੜ੍ਹਤੀਆ ਵਰਗ ਕਿਹੋ ਜਿਹਾ ਵਰਗ ਆ ਜਿਹਦਾ ਕਿ ਕਿਸਾਨਾਂ ਨੂੰ ਪੈਸਾ, ਖਾਦ, ਦਵਾਈ, ਬੀਜ ਦੇਣ ਦਾ ਕੋਈ ਟਾਈਮ ਨਹੀਂ। ਕਿਸਾਨ ਜਦੋਂ ਮਰਜ਼ੀ ਆ ਕੇ ਬਿੱਲ ਮਾਰ ਦੇ, ਜਦੋਂ ਮਰਜ਼ੀ ਟੈਲੀਫੋਨ ਕਰ ਦਿੰਦਾ, ਦੁਕਾਨ ਖੁੱਲੀ ਜਾਂਦੀ ਆ ਔਰ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ। ਪਾਰਟੀ ਰਾਹੁਲ ਗਾਂਧੀ ਜੀ, ਕੈਪਟਨ ਅਮਰਿੰਦਰ ਸਿੰਘ ਜਿਹੜੇ ਸ਼ੇਰੇ ਪੰਜਾਬ, ਜਿਹੜੇ ਪਾਣੀਆਂ ਦੀ ਰਾਖੇ ਕਹਿੰਦੇ ਸੀਗੇ, ਹੁਣ ਉਹ ਕਿਸਾਨਾਂ ਦੀ ਰਾਖੀ ਦੇ ਮਸੀਹਾ ਬਣ ਗਏ ਆ। ਕਿਉਂਕਿ ਸਾਰਿਆਂ ਨਾਲ ਪਹਿਲਾਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਉਹਨਾਂ ਨੇ ਬਿੱਲ ਪਾਸ ਕੀਤਾ ਵੀ ਅਸੀਂ ਜੋ ਕਿਸਾਨਾਂ ਦੇ ਨਾਲ ਪਹਿਲਾਂ ਚੱਲਦਾ ਵਾ ਉਹਦੇ ਹਿਸਾਬ ਨਾਲ ਹੀ ਚੱਲਣਾ ਵਾ। ਕੋਈ ਨਵਾਂ ਕਾਨੂੰਨ ਨਹੀਂ ਲਾਗੂ ਹੋਣ ਦੇਣਾ। ਜਿਹੜਾ ਮੋਦੀ ਨੇ ਸਾਡੇ ਉੱਤੇ ਥੋਪਿਆ ਕਾਨੂੰਨ ਆ ਉਹ ਲਾਗੂ ਨਹੀਂ ਹੋਣ ਦੇਣਾ, ਕਿਉਂਕਿ ਉਹ ਕਾਨੂੰਨ ਜਿਹੜੇ ਸਾਡੇ ਕਿਸਾਨ ਆ, ਕਈਆਂ ਦੇ ਇੱਕ ਖੇਤ, 2 ਖੇਤ ਆ, 10 ਖੇਤ ਆ, 100 ਖੇਤ ਆ, ਉਹਨਾਂ ਲਈ ਕਿੰਨੀ ਮਜਬੂਰੀ ਵਾਲੀ ਗੱਲ ਆ ਵੀ ਉਹ ਜਾ ਕੇ ਦਿੱਲੀ ਜਾ ਕੇ ਫਸਲਾਂ ਦੇਣਗੇ। ਇਹ ਸਾਰਾ ਗਲਤ ਕੰਮ ਕੀਤਾ ਤੇ ਉਹਨੂੰ ਉਹਦਾ ਹਰਜਾਨਾ ਭਰਨਾ ਪੈਣਾ, ਕਿਉਂਕਿ ਪੰਜਾਬ ਪੰਜਾਬੀਅਤ ਪੂਰੇ ਭਾਰਤ ਦੀ ਰਾਖੀ ਆ। ਕਿਉਂਕਿ ਪਿਛਲਾ ਪਿਛੋਕੜ ਵੀ ਆਪਾਂ ਪਛਾਣ ਲਈਏ, ਸਾਡੀ ਪੰਜਾਬੀਆਂ ਨੇ ਅੰਗਰੇਜ਼ਾਂ ਨਾਲ ਵੀ ਵੱਧ ਚੜ੍ਹ ਕੇ ਹਿੱਸਾ ਲੈ ਕੇ ਅੰਗਰੇਜ਼ਾਂ ਨੂੰ ਨਠਾਇਆ, ਕਿਉਂਕਿ ਉਹੀ ਚੀਜ਼ ਅੱਜ ਹੋ ਗਈ ਆ। ਕਿਉਂਕਿ ਮੋਦੀ ਨੇ ਪਹਿਲਾਂ ਸਾਡੇ ਉੱਤੇ ਨੋਟਬੰਦੀ ਕੀਤੀ, ਫਿਰ GST ਕੀਤੀ, ਕਿੰਨੇ ਉਹਨੇ ਅਤਿਆਚਾਰ ਕੀਤੇ। ਹੁਣ ਉਹਨੂੰ ਇਹ ਨਹੀਂ ਪਤਾ ਸੀ ਕਿ ਵੀ ਕਰੋਨਾ ਮਹਾਮਾਰੀ ਦਾ ਪ੍ਰਕੋਪ ਚੱਲ ਰਿਹਾ ਵਾ, ਉਹਦੇ ਵਿੱਚ ਕਿਸਾਨਾਂ ਉੱਤੇ ਅਤਿਆਚਾਰ ਕਰਦਾ। 2 ਹਫ਼ਤੇ ਬੀਤ ਜਾਣ ਦੇ ਬਾਵਜੂਦ ਵੀ ਉਹ ਮਤਲਬ ਆਪਣੇ ਕੋਈ ਫੈਸਲੇ ਤੇ ਆ ਨਹੀਂ ਰਹੇ, ਕਿਉਂਕਿ ਉਹ ਕਨਫਿਊਜ਼ ਹੀ ਇੰਨਾ ਹੋ ਗਿਆ ਵੀ ਕਰ ਕੀ ਬੈਠਾ ਮੈਂ। ਕਿਉਂਕਿ ਇਹ ਜਿਹੜਾ ਵਾ ਕਿਸਾਨੀ ਉੱਤੇ ਅਤਿਆਚਾਰ ਕੀਤਾ ਵਾ, ਉਹਨੂੰ ਹਰਜਾਨਾ ਸਾਰੀ ਜ਼ਿੰਦਗੀ ਭੁਗਤਣਾ ਪੈਣਾ। ਕਿਉਂਕਿ ਜਿਹੜਾ ਬੰਦਾ ਆਪਣੀ ਘਰ ਵਾਲੀ ਨੂੰ ਛੱਡ ਕੇ ਬੈਠਾ, ਜਿਹਦੇ ਕੋਲ ਬੱਚੇ ਹੀ ਹੈ ਨਹੀਂ, ਉਹਨੂੰ ਸਾਡੇ ਜਿਹੜੇ ਕਿਸਾਨ ਵੀਰਾਂ ਦੇ ਪਰਿਵਾਰਾਂ ਦਾ ਕੀ ਦੁੱਖ ਵਾ, ਸਾਡਾ ਕੀ ਦੁੱਖ ਆ ਉਹਨੂੰ, ਦੇਸ਼ ਦੇ ਲੋਕਾਂ ਦਾ, ਕਿਉਂਕਿ ਉਹਦਾ ਆਪਣਾ ਹੀ ਪਰਿਵਾਰ ਹੈ ਨਹੀਂ। ਤੇ ਜਿਹਦਾ ਪਰਿਵਾਰ ਹੈ ਨਹੀਂ, ਤੁਸੀਂ ਵੀ ਪਰਿਵਾਰ, ਮੀਡੀਆ ਵਾਲੇ ਵੀ ਸਾਰਿਆਂ ਦੇ ਆਪਣੀ ਵਾਈਫ ਹੈਗੇ ਆ, ਮਾਤਾ ਹੈਗੀਆਂ, ਭੈਣਾਂ ਹੈਗੀਆਂ, ਬੱਚੇ ਹੈਗੇ ਆ, ਆਪਾਂ ਉਹਨਾਂ ਦੀ ਪਾਲਣ ਪੋਸ਼ਣ ਕਰਦੇ ਆ। ਸਾਨੂੰ ਸਾਰਾ ਪਤਾ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਜਿਹਦਾ ਕੋਈ ਹੈ ਹੀ ਨਹੀਂ, ਉਹਨੇ ਤਾਂ ਫਿਰ ਦੇਖਣਾ ਵੀ ਉਜਾੜ ਮੰਗਦਾ। ਉਹ ਆਪਣੇ 2-3 ਦੋਸਤਾਂ ਨੂੰ ਖੁਸ਼ ਕਰਨ ਲਈ, ਅੰਬਾਨੀ, ਅਡਾਨੀ ਨੂੰ ਖੁਸ਼ ਕਰਨ ਲਈ ਇਹ ਸਾਰਾ ਕਰ ਰਿਹਾ। ਅੱਜ ਵੀ ਮੈਂ ਪੜ੍ਹ ਰਿਹਾ ਸੀਗਾ ਵੀ ਅਡਾਨੀ ਉਹਨਾਂ ਨੇ ਸਤੰਬਰ ਤੋਂ ਪਹਿਲਾਂ ਹੀ ਇੱਥੇ ਗੋਦਾਮ ਲੈ ਲਏ ਆਪਣੇ ਪੰਜਾਬ ਵਿੱਚ, ਮਹਾਰਾਸ਼ਟਰ ਵਿੱਚ, ਉੱਤਰ ਪ੍ਰਦੇਸ਼ ਵਿੱਚ। ਉਹ ਕਿਹਦੀ ਬਦੌਲਤ? ਕਿਉਂਕਿ ਸਤੰਬਰ 'ਚ ਕਾਨੂੰਨ ਪਾਸ ਕੀਤਾ ਉਹਨੇ, ਨਾਲ ਹੀ ਉਹਦੇ ਕਰ ਦਿੱਤਾ।
ਇਹ ਬਹੁਤ ਵੱਡਾ ਅਤਿਆਚਾਰ ਆ। ਅਸੀਂ ਕਿਸਾਨ ਵੀਰਾਂ ਦੇ ਨਾਲ ਆ, ਤਨ ਮਨ ਧਨ ਦੇ ਨਾਲ। ਸਾਡੀ ਕਾਂਗਰਸ ਪਾਰਟੀ ਫਗਵਾੜੇ ਦੇ ਐਮਐਲਏ ਹਲਕਾ ਐਮਐਲਏ ਬਲਵਿੰਦਰ ਸਿੰਘ ਧਾਲੀਵਾਲ, ਉਹਨਾਂ ਦੀ ਪੂਰੀ ਟੀਮ ਸਾਰੀ ਅਸੀਂ ਤਨ ਮਨ ਦਾ ਮਿਲਣਾ, ਦਰਸ਼ਨ ਜੀ ਆ, ਸਾਰੇ ਕਾਂਗਰਸ ਦੇ ਵਰਕਰ ਜਿੰਨੇ ਵੀ ਅਸੀਂ ਸਾਰੇ ਇੱਥੇ ਆਏ ਆ, ਕਿਉਂਕਿ ਅਸੀਂ ਮੰਗ ਕਰਦੇ ਆ ਵੀ ਇਹ ਕਾਨੂੰਨ ਵਾਪਸ ਹੋਣਾ ਚਾਹੀਦਾ ਵਾ, ਉਹ ਰੱਦ ਹੋਣਾ ਚਾਹੀਦਾ ਵਾ, ਜਿੰਨਾ ਇਹ ਸਾਰਾ ਸਾਡੇ ਸਾਰੇ ਕਿਸਾਨ ਵੀ ਖੁਸ਼ਹਾਲ ਰਹਿਣ, ਕਿਉਂਕਿ ਇਹ ਦਿਨ ਰਾਤ ਮਿਹਨਤ ਕਰਕੇ ਕੰਮ ਕਰਦੇ ਆ ਤੇ ਅਸੀਂ ਉਹਨਾਂ ਨੂੰ ਜ਼ਮੀਨ ਤੇ ਬਿਠਾਤਾ। ਦੇਸ਼ ਦੀ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਮ ਜਨਤਾ ਨੂੰ ਕਹਿਣਾ ਚਾਹੁੰਦੇ ਆ, ਸਾਨੂੰ ਜਿੰਨਾ ਵੱਡਾ ਸੰਘਰਸ਼ ਕਰਨਾ ਪੈਂਦਾ, ਆਮ ਵਪਾਰੀ ਆ, ਦੁਕਾਨਦਾਰ ਆ, ਸਕੂਲਾਂ ਵਾਲੇ ਆ, ਕਾਲਜਾਂ ਵਾਲੇ ਆ, ਜਿੰਨੇ ਵੀ ਮਿੱਲਾਂ ਵਾਲੇ ਆ, ਸਾਰਿਆਂ ਨੂੰ ਸਾਨੂੰ ਕਿਸਾਨ ਵੀਰਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਇਹ ਕਾਨੂੰਨ ਰੱਦ ਹੋਣਾ ਚਾਹੀਦਾ। ਜਿੰਨੇ ਤੱਕ ਇਹ ਰੱਦ ਨਹੀਂ ਹੁੰਦਾ ਅਸੀਂ ਵੀ ਚੈਨ ਨਹੀਂ ਸੁਣਦੇ। ਜੈ ਹਿੰਦ। ਜਿੱਦਾਂ ਕਿ ਪੂਰੇ ਪੰਜਾਬ ਜਾਣਦਾ ਹੈ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰੀਕੇ ਨਾਲ ਕਿਸਾਨਾਂ ਦੇ ਨਾਲ ਖੜੇ ਹਨ, ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਦੇਖੋ ਜੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਨੂੰ ਤਾਂ ਜਾਣੇ ਇਸ ਬਾਰੇ ਜਾਂਦਾ, ਪਹਿਲਾਂ ਉਹਨਾਂ ਦਾ ਜਦੋਂ 2002 ਤੋਂ 2007 ਵਿੱਚ ਆਏ ਆ, ਉਹਨਾਂ ਨੂੰ ਇਹ ਕਿਹਾ ਸੀ ਕਿ ਪਾਣੀਆਂ ਦਾ ਰਾਖਾ, ਬਿਲਕੁਲ ਪਾਣੀਆਂ ਦਾ ਰਾਖਾ। ਹੁਣ ਸਰਕਾਰ ਸਾਡੀ ਬਣੀ ਆ, ਉਹਨਾਂ ਨੇ ਪਹਿਲਾਂ ਪੂਰੇ ਭਾਰਤ ਦੇ ਵਿੱਚ ਪਹਿਲਾ ਇੱਕ ਆਰਡੀਨੈਂਸ ਪਾਸ ਕੀਤਾ ਵੀ ਅਸੀਂ ਉਹ ਕਾਨੂੰਨ ਨਹੀਂ ਮੰਨਦੇ ਜਿਹੜਾ ਕਿਸਾਨਾਂ ਦੇ ਵਿਰੁੱਧ ਵਾ। ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਉਹਨਾਂ ਦੇ ਜੋ ਇੱਥੇ ਅਸੀਂ ਲਾਗੂ ਨਹੀਂ ਹੋਣ ਦੇਣਾ ਪੂਰੇ ਪੰਜਾਬ 'ਚ। ਤੇ ਇਹ ਤੋਂ ਵੱਡੀ ਗੱਲ ਹੋਰ ਕੀ ਆ, ਪੂਰੇ ਇੰਡੀਆ ਦੇ ਵਿੱਚ ਕੀ, ਹੁਣ ਤਾਂ ਪੂਰੇ ਵਰਲਡ ਵਿੱਚ। ਅੱਜ ਤੱਕ ਕੱਲ੍ਹ ਦੀ ਮੈਂ ਨਿਊਜ਼ ਪੜ੍ਹੀ ਆ, ਜਿਹੜੇ ਪ੍ਰਾਈਮ ਮਿਨਿਸਟਰ ਆ ਕੈਨੇਡਾ ਦੇ, ਉਹਨਾਂ ਨੇ ਵੀ ਕਹਿਤਾ ਮੋਦੀ ਜੇ ਕਿਸਾਨਾਂ ਦਾ ਬਿੱਲ ਤੂੰ ਮਾਫ ਨਹੀਂ ਕਰਨਾ ਤਾਂ ਤੇਰੀ ਨੋ ਐਂਟਰੀ ਆ। ਇੱਦਾਂ ਹੀ ਕਾਫੀ ਦੇਸ਼ਾਂ ਨੇ ਇਹ ਗੱਲ ਕਹੀ ਆ ਵੀ, ਕਿਉਂਕਿ ਸਾਰੇ ਹੀ ਵਰਲਡ ਪੂਰਾ ਜਾਣਦਾ ਵਾ ਵੀ ਕਿਸਾਨ ਜਿਹੜੇ ਆ ਉਹ ਜਿਹੜੇ ਕਿਸਾਨ ਪੈਦਾਵਾਰ ਕਰਦੇ ਉਹ ਅਸੀਂ ਸਾਰੇ ਹੀ ਉਹ ਚੀਜ਼ਾਂ ਨੂੰ ਯੂਜ਼ ਕਰਦੇ ਆ, ਜਿਵੇਂ ਕਣਕ ਹੋ ਗਈ, ਸਬਜ਼ੀਆਂ ਹੋ ਗਈਆਂ, ਐਲਪੋਰਟ ਹੋ ਗਏ, ਜੋ ਵੀ ਹੈਗਾ ਸਾਰਾ ਕਿਸਾਨੀ ਤੋਂ ਪੈਦਾ ਹੁੰਦਾ ਨਾ। ਜਿੱਦਾਂ ਸਾਡੇ ਦੇਸ਼ 'ਚ ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਹਰ ਕਿਸੇ ਨੂੰ ਆਵਾਜ਼ ਉਠਾਉਣ ਦੀ ਇਜਾਜ਼ਤ ਹੈ। ਅਸੀਂ ਤਾਂ ਖੁਸ਼ਕਿਸਮਤ ਹੈ ਕਿ ਇੱਥੇ ਸਾਡੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਹੈ, ਬਟ ਕੁਝ ਸਟੇਟਾਂ ਦੇ ਵਿੱਚ ਜਿੱਦਾਂ ਕਾਂਗਰਸ ਦੀ ਸਰਕਾਰ ਨਹੀਂ ਹੈ, ਜਿੱਦਾਂ ਕਿ ਆਪਾਂ ਯੂਪੀ ਦੀ ਔਰ ਦਿੱਲੀ ਦੀ ਗੱਲ ਕਰਾਂਗੇ। ਹੁਣ ਯੂਪੀ ਦੇ ਵਿੱਚ ਜਿੱਦਾਂ ਭਾਜਪਾ ਸਰਕਾਰ ਸੀ, ਬਟ ਉੱਥੇ ਜਿਹੜੀਆਂ ਓਪੋਜੀਸ਼ਨ ਪਾਰਟੀ ਸੀ, ਜਿਵੇਂ ਕਿ ਅਖਿਲੇਸ਼ ਯਾਦਵ ਜੀ ਦੀ ਸਮਾਜਵਾਦੀ ਪਾਰਟੀ, ਉਹ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਨਾਲ ਰਲਣਾ ਚਾਹੁੰਦੇ ਸੀਗੇ, ਬਟ ਉਹਨਾਂ ਨੂੰ ਹਾਊਸ ਅਰੈਸਟ ਕਰ ਲਿੱਤਾ ਗਿਆ। ਤੁਹਾਡੇ ਉਸ ਬਾਰੇ ਕੀ ਵਿਚਾਰ ਹਨ? ਹੁਣ ਅੱਜ ਦੀ ਵੀ ਨਿਊਜ਼ ਆ ਰਹੀ ਹੈ ਕਿ ਕੇਜਰੀਵਾਲ ਸਾਹਿਬ ਜੋ ਦਿੱਲੀ ਦੇ ਚੀਫ ਮਿਨਿਸਟਰ ਹੈ, ਉਹਨਾਂ ਨੂੰ ਵੀ ਹਾਊਸ ਅਰੈਸਟ ਕਰ ਲਿੱਤਾ ਗਿਆ। ਮੈਂ ਦੱਸਦਾ ਮੈਂ ਅੱਜ ਸਵੇਰੇ ਟੀਵੀ ਤੇ ਵਿੱਚ ਚੈਨਲ ਤੇ ਦੇਖਦਾ ਪਿਆ ਨਿਊਜ਼ ਕਿ ਅਖਿਲੇਸ਼ ਯਾਦਵ ਦੇ ਜਿਹੜੇ ਬੰਦੇ ਉਹਨਾਂ ਦੇ ਘਰ ਜਾ ਰਹੇ, ਸਮਰਥਕ ਹੀ ਜਾ ਰਹੇ ਆ, ਕੁਝ ਵਕੀਲ ਐਜੂਕੇਟਡ ਜਿਹੜੇ ਆ ਪਰਸਨੈਲਿਟੀ ਆ, ਉਹ ਉਹਨਾਂ ਦੇ ਘਰ ਜਾ ਰਹੇ, ਉਹਨਾਂ ਨੂੰ ਵੀ ਧੱਕਾ ਮੁੱਕੀ ਕੀਤੀ ਗਈ। ਮਤਲਬ ਲੋਕਤੰਤਰ ਨਾਂ ਦਾ ਤਾਂ ਕੋਈ ਇੰਡੀਆ 'ਚ ਕੋਈ ਸਿਸਟਮ ਹੈ ਨਹੀਂ ਨਾ। ਯੂਪੀ ਵਿੱਚ ਦੇਖੋ ਇੱਕ ਸਾਧੂ ਨੂੰ ਬਣਾਤਾ, ਚਲੋ ਸਾਧੂ ਬਹੁਤ ਸਤਿਕਾਰਯੋਗ ਹੁੰਦੇ ਆ, ਪਰ ਇੱਦਾਂ ਨਹੀਂ ਵੀ ਆਪਾਂ ਪੋਲੀਟੀਕਲ ਕਰਦੇ ਆ, ਪੋਲੀਟੀਕਲ ਦੇ ਹਿਸਾਬ ਨਾਲ ਮਤਲਬ ਸਿਸਟਮ ਕਰਨਾ ਚਾਹੀਦਾ। ਹੁਣ ਅਖਿਲੇਸ਼ ਯਾਦਵ ਜੀ ਆ, ਉਹ ਕਿਸਾਨਾਂ ਦੇ ਹੱਕ 'ਚ ਜਾ ਰਹੇ ਆ, ਕਿਉਂਕਿ ਉਹਨਾਂ ਨੂੰ ਦਬਾਇਆ ਜਾ ਰਿਹਾ, ਜਿੱਥੇ ਬੀਜੇਪੀ ਤੁਸੀਂ ਇਹਨੂੰ ਡੈਮੋਕ੍ਰੇਸੀ ਦਾ ਦਮਨ ਸਮਝਦੇ ਹੋ? ਬਿਲਕੁਲ ਜੀ, ਬਿਲਕੁਲ 100% ਡੈਮੋਕ੍ਰੇਸੀ ਦਮਨ ਇਸ ਤੋਂ ਹੋਰ ਕੀ ਹੁੰਦਾ ਦਾ। ਜਿਹੜੇ ਕਿਸਾਨ ਸਾਨੂੰ ਅੰਨ ਦਿੰਦੇ ਆ, ਸਾਨੂੰ ਸਾਰਾ ਕੁਝ ਦਿੰਦੇ ਆ, ਅਸੀਂ ਉਹਨਾਂ ਦੇ ਉੱਤੇ ਅਤਿਆਚਾਰ ਕਰ ਰਹੇ ਆ, ਡੈਮੋਕ੍ਰੇਸੀ ਦਾ ਦਮਨ ਨਹੀਂ ਆ। ਇਸ ਸੰਬੰਧ ਦੇ ਵਿੱਚ ਤੁਸੀਂ ਦੇਸ਼ ਦੀ ਜਨਤਾ ਨੂੰ ਕੁਝ ਕਹਿਣਾ ਚਾਹੋਗੇ? ਬਿਲਕੁਲ ਜੀ, ਮੈਂ ਦੇਸ਼ ਦੀ ਜਨਤਾ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ, ਹੋਰ ਜੋ ਹੱਥ ਜੋੜ ਕੇ ਸਾਡੀ ਕਾਂਗਰਸ ਪਾਰਟੀ, ਸਾਡੇ ਬਲਵਿੰਦਰ ਸਿੰਘ ਧਾਲੀਵਾਲ ਐਮਐਲਏ, ਕੈਪਟਨ ਅਮਰਿੰਦਰ ਸਿੰਘ ਜੀ, ਰਾਹੁਲ ਗਾਂਧੀ, ਸਾਰਿਆਂ ਨੂੰ ਸਾਨੂੰ ਉਹਨਾਂ ਨੂੰ ਸਪੋਰਟ ਆ ਵੀ ਕਿਸਾਨ ਵੀਰਾਂ ਦੇ ਨਾਲ ਸਾਨੂੰ ਨਹੀਂ ਜਾਣਾ ਵਾ। ਤੁਸੀਂ ਆਪਣੇ ਬਿਜ਼ਨਸ ਭਾਵੇਂ ਬੰਦ ਕਰੋ, ਤੁਸੀਂ ਜਦੋਂ ਤੁਹਾਨੂੰ ਕੋਲ ਆਉਂਦੀ ਆ, ਤੁਸੀਂ ਤਨ ਮਨ ਧਨ ਦੇ ਨਾਲ ਕਿਸਾਨ ਵੀਰਾਂ ਦੇ ਨਾਲ ਖੜੇ ਹੋਣਾ, ਉਹ ਸਾਡਾ ਫਰਜ਼ ਵੀ ਬਣਦਾ ਵਾ। ਸਾਨੂੰ ਪਾਰਟੀ ਦੇ ਜੋ ਹੁਕਮ ਆਏ ਉਹ ਤਾਂ ਅਸੀਂ ਮੰਨਣੇ ਹੀ ਆ, ਪਰ ਜੇ ਸਾਨੂੰ ਹੁਕਮ ਤੋਂ ਬਗੈਰ ਵੀ ਜਾਣਾ ਪੈਂਦਾ ਉਹਦੇ ਨਾਲ ਵੀ ਅਸੀਂ ਜਾਣਾ ਵਾ। ਔਰ ਸਾਨੂੰ ਸਾਰਿਆਂ ਨੂੰ ਹੀ ਜਾਣਾ ਚਾਹੀਦਾ, ਕਿਉਂਕਿ ਇਹ ਬਹੁਤ ਵੱਡੀ ਪੰਜਾਬੀਅਤ ਉੱਤੇ, ਪੰਜਾਬ ਦੇ ਕਿਸਾਨਾਂ ਉੱਤੇ, ਪੂਰੇ ਭਾਰਤ ਦੇ ਕਿਸਾਨਾਂ ਉੱਤੇ ਅਤਿਆਚਾਰ ਹੋ ਰਿਹਾ। ਇਹਨੂੰ ਗੱਲ ਨੂੰ ਪੁੱਛਣ ਲਈ, ਮੋਦੀ ਦਾ ਕੇਲ ਰੋਕਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਇਕੱਠੇ ਹੋ ਕੇ ਅਸੀਂ ਕਿਸਾਨ ਵੀਰਾਂ ਦੇ ਨਾਲ ਆ, ਤਨ ਮਨ ਧਨ ਦੇ ਨਾਲ ਖੜਾ, ਜਿੱਥੇ ਵੀ ਸਾਨੂੰ ਹੁਕਮ ਲਾਓਗੇ ਅਸੀਂ ਉਸ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਲੀਆ ਸਾਹਿਬ। ਉਹਨਾਂ ਦੇ ਦੇਸ਼ਾਂ ਦੀ ਅੱਜ ਪੂਰੇ ਪੰਜਾਬ, ਪੂਰੇ ਭਾਰਤ ਦੇ ਕਾਂਗਰਸ ਵੱਲੋਂ ਸਮਰਥਨ ਹੈ ਕਿਸਾਨਾਂ ਦੇ ਹੱਕ 'ਚ। ਔਰ ਕਿਸਾਨਾਂ ਦੇ ਜਿਹੜੇ ਕੇਂਦਰ ਦੀ ਮੋਦੀ ਸਰਕਾਰ ਲੈ ਕੇ ਆਈ, ਜਿੰਨਾ ਚਿਰ ਇਹ ਰੱਦ ਨਹੀਂ ਕਰਦੀ ਉਹਨਾਂ ਚਿਰ ਕਿਸਾਨਾਂ ਦਾ ਸੰਘਰਸ਼ ਜਾਰੀ ਰਹਿਣਾ। ਔਰ ਕਾਂਗਰਸ ਪਾਰਟੀ ਵੱਲੋਂ ਇਹਨਾਂ ਦਾ ਸਮਰਥਨ ਆ। ਅੱਜ ਜੋ ਵੀ ਅੱਗੇ ਵੀ ਇਹਨਾਂ ਦਾ ਪ੍ਰੋਗਰਾਮ ਹੋਊਗਾ, ਉਹਦੇ ਵਿੱਚ ਵੀ ਕਿਸਾਨਾਂ ਦੇ ਪ੍ਰੋਗਰਾਮ ਦੇ ਵਿੱਚ ਕਾਂਗਰਸ ਪਾਰਟੀ ਦਾ ਸਮਰਥਨ।
ਜਿਹਦੇ ਤਹਿਤ ਕੀ ਲੱਗਦਾ ਇਹ 3 ਮਿੰਟ ਵਾਪਸ ਹੋ ਗਏ? ਬਿਲਕੁਲ ਹੋਊਗੇ। ਤੁਸੀਂ ਇਹ ਦੱਸੋ ਜਿਹੜਾ ਕਿਸਾਨ ਆ ਸਾਡਾ ਅੰਨਦਾਤਾ ਅੱਜ ਰੋਡਾਂ ਤੇ ਆ, ਦਿੱਲੀ ਦੇ ਵਿੱਚ 26 ਤਰੀਕ ਤੋਂ ਧਰਨਾ ਲਾ ਕੇ ਬੈਠੇ, ਤੁਸੀਂ ਜਾ ਕੇ ਦੇਖੋ ਇੱਕ ਮੇਲੇ ਵਰਗਾ ਮਾਹੌਲ ਆ, ਨਾ ਦਿਨ ਦਾ ਪਤਾ ਲੱਗਦਾ ਨਾ ਰਾਤ ਦਾ ਪਤਾ ਲੱਗਦਾ। 10 ਤੋਂ ਮਾਸ ਮੋਦੀ ਦੀ ਉਹਦੀ ਪੂਰੀ ਟੀਮ ਆ, 5 ਤਰੀਕ ਨੂੰ ਫੈਸਲਾ ਆ ਜਾਣਾ ਜੀ, ਪਰ ਉਹ ਕਿਸਾਨਾਂ ਦੀ ਇੱਕ ਦੋ ਹੋਰ ਮੰਗਾ ਕਰ ਕੱਲ ਤੁਹਾਡੇ ਸਾਹਮਣੇ ਆ ਜਾਣਾ। ਮੋਦੀ ਨੂੰ ਇੱਕ ਗੱਲ ਆ, ਪੰਜਾਬੀਆਂ ਨਾਲ ਵਾਸਤਾ ਪਿਆ ਉਹਦਾ ਇਸ ਵਾਰ, ਅੱਗੇ ਪਿਆ ਸੀ ਉਹਦਾ ਕਦੇ ਕਿਸੇ ਬਿਹਾਰੀਆਂ ਨਾਲ ਪੈ ਗਿਆ ਜਾਂ ਬੰਗਾਲੀਆਂ ਨਾਲ ਪੈ ਗਿਆ, ਹੁਣ ਪੰਜਾਬੀਆਂ ਨਾਲ ਪਿਆ, ਉਹਨੂੰ ਝੁਕਣਾ ਪੈਣਾ। ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਦੇ ਦਰਸ਼ਕਾਂ ਨੂੰ। ਅੱਜ ਸਾਡੇ ਨਾਲ ਫਗਵਾੜੇ ਦੀ ਜਾਣੀ ਮਾਨੀ ਹਸਤੀ ਹੈਗੀ ਹੈ ਸਰਦਾਰ ਜੋਗਿੰਦਰ ਸਿੰਘ ਮਾਨ ਜੀ। ਅੱਜ ਅਸੀਂ ਉਹਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਾਂਗੇ ਔਰ ਉਹਨਾਂ ਨਾਲ ਕਹਾਂਗੇ ਕਿ ਉਹ ਵੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਇਸ ਖੇਤੀ ਸੰਬੰਧੀ ਜਿਹੜੇ 3 ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਪਾਸ ਕੀਤੇ ਹਨ। ਚਲੋ ਆ ਚਲੀਏ ਸਰਦਾਰ ਜੋਗਿੰਦਰ ਸਿੰਘ ਮਾਨ ਜੀ। ਮੈਂ ਸਮਝਦਾ ਕਿ ਖੇਤੀ ਜਿਹੜੇ ਕਾਨੂੰਨ ਆਏ ਹੋਏ ਨੇ ਕਾਫੀ ਸਮੇਂ ਤੋਂ ਚੱਲ ਰਹੇ ਨੇ। ਕਮ ਸੇ ਕਮ ਮੈਨੂੰ ਯਾਦ ਹੈ ਕਿ 15 ਦਿਨ ਨੂੰ ਪਹਿਲਾਂ ਇਹਦੇ 'ਤੇ ਲਿਖ ਦਿੱਤਾ ਸੀ ਕਿ ਕਾਨੂੰਨ ਜਿਹੜੇ ਆ ਇਹ ਕਿਸਾਨਾਂ ਦੇ ਅਗੇਂਸਟ ਹੈਗੇ, ਕਿਉਂਕਿ ਇਹ ਸਾਰਾ ਜੋ ਇੱਕ ਟ੍ਰੈਂਡ ਹੈਗਾ ਐਨਡੀਏ ਸਰਕਾਰ ਦਾ, ਮੋਦੀ ਸਾਹਿਬ ਦਾ, ਇਹ ਤਾਂ ਹੁਣੇ ਜ਼ਿਕਰ ਹੋ ਰਿਹਾ ਸੀ ਕਿ ਜੋ ਮੋਦੀ ਸਾਹਿਬ ਪ੍ਰਾਈਵੇਟ ਸਕੂਲ ਨੇ, ਤਾਂ ਵੋਟ ਪਹਿਲਾਂ ਅਡਾਨੀ ਦੇ ਹਿਦਾਇਤ ਦੇ ਵਿੱਚ ਇੱਥੇ ਆਏ। ਇਟ ਮੀਨਸ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਪਲਾਨ ਪਲੇ ਬਣਾਈ ਹੋਈ ਸੀ जैसे कि नोटबंदी, GST, CA, NRC वगैरह वगैरह, जहाँ उस तो बाद शाहीन बाग का झगड़ा, जहाँ पर JNK की तरह की गल करिए पहले, इसी रात से प्लान प्रोग्राम जे मैं तो पंजाबी की गल करा, अगर पंजाबी तो उत्थे किसी वेले पंजाबियों का राज होंदा सी, महाराजा रंजीत सिंह और छेवें पातशाह हरगोबिंद साहब उत्थे उस वेले जो पंजाबी इस तरह थले लाना, इट मीनस ये साइन आ गया सी कि पंजाब के उत्ते बहुत बड़ी घटना होने वाली। जब कोई कोरोना है 40 ਲੱਖ ਬੰਦਾ, 40 ਤੋਂ 60 ਲੱਖ ਦੇ ਵਿੱਚ ਜਿਹੜੇ ਗਏ ਨੇ, ਜੋ ਉਹਨਾਂ ਨਾਲ ਬਣ ਰਿਹਾ। ਮੇਰੇ ਅੰਦਰ ਇਹ ਗੱਲ ਆਵਾਜ਼ ਸੀ ਕਿ ਪੰਜਾਬ ਦੇ ਉੱਤੇ ਬਹੁਤ ਵੱਡੀ ਪ੍ਰੋਬਲਮ, ਪਰ ਕਿੰਨੇ ਕਿ ਉਹਨਾਂ ਵਿੱਚੋਂ MSC ਖਤਮ ਕਰਨੀ ਔਰ ਮੰਡੀ ਸਿਸਟਮ ਨੂੰ ਖਤਮ ਕਰਨਾ, ਕਿਸਾਨਾਂ ਦੀ ਖੁੱਲੀ ਬੋਲੀ ਲਾਉਣੀ, ਉਹਨਾਂ ਦੀ ਜਿਹੜੀ ਇੱਥੇ ਪੈਦਾਵਾਰ ਹੋਏਗੀ ਉਹ ਜਿੱਥੇ ਮਰਜ਼ੀ ਵੇਚ ਸਕਦੀ, ਹੁਣ ਵੀ ਵੇਚ ਸਕਦੇ ਜਿੱਥੇ, ਪਰ ਜਦੋਂ MSC ਖਤਮ ਹੋ ਗਏ ਹੋ ਜੂਗਾ ਸ਼ੋਰ ਕਰ ਸਕਦੇ ਕਿ ਤੇਰੀ ਫਸਲ ਦਾ ਮੁੱਲ ਘੱਟੋ ਘੱਟ ਇੰਨਾ ਹੀ ਹੋਵੇ ਜੇ ਸਮਰਥਨ ਮੁੱਲ ਹੀ ਖਤਮ ਹੋ ਜਾਏਗਾ। ਇਸ ਲਈ ਤੁਸੀਂ ਕੋਈ ਵੀ ਇੱਥੇ ਪ੍ਰਾਈਵੇਟ ਕਾਰਪੋਰੇਟ ਆ ਕੇ ਜਿਹਦੇ ਕੋਲ ਪੈਨ ਕਾਰਡ ਹੈਗਾ ਉਹ ਆ ਕੇ ਖਰੀਦੇਗਾ मतलब जैसी इन बिहार दूसरी जैसे 800 रुपए तो और जैसी उत्तर यूपी बिहार तो जी फसल है दूसरी मक्की का इतने की रेट पहलों बिकी है मक्की और जी कपाह इतने किस तरह बिकी है, तो जी फसलों पहलों शुरू जी खरीद हुई है MSC तो बगैर वो साढ़े सामने काम कर जो ये सारे किसान सुरक्षित होएगा, किसान की वर्ल्ड मार्केट होएगी, एक 2.5 करोड़ जमीन जो उसको बॉम्बे लिया सकता नहीं, बिल्कुल बेहूदा। ये एक बहुत बड़ा भुलेखा सी, उन्होंने जमीन तो डिस्काउंट करके किसानों एक इंडेक्ट फार्मिंग आई बिलीव दिस इंडियन डाइवर्सिफिकेशन है काफ़ी जी कॉर्पोरेशन डाइवर्सिफिकेशन किस तरह होती है, किसान किस तरह काम पर बैठ के रिवॉर्ड करना और कोई ना कोई हल वो बदलाव चाहिए। बदलाव की बजाय किसानों जमीनों तो डिस करके इंडेक्ट फार्म के किसानों ने अपन जमीनों एक लेबर के तरीके उन्होंने उस फार्म के इन्वॉल्व करके जो सेंटर सरकार का हुण तक का रवैया रहा है उस तो ये लगता है कि ये संघर्ष काफ़ी लंबा चलेगा। तो तुसी किसानों और बाकी देश की जनता को किस तरह अपील करना चाहोगे कि रवैया सारे जोड़ा पंजाब की धरती का जहाँ जमीन का पुत्र है जोड़ा खेत खेती करता ये भी हरियाणा पर कुछ स्टेट जी जो पंजाब बड़ियाँ कट्ठिया होकर इस तक साइड कर चुकी हैं कि असी जी सेंटर के नाल सेंटर इस तो बाद नहीं मैं समझा पूरे फड़ नहीं सकता, उन्होंने पता है जे फर्ज करो मैं फॉर एग्जाम्पल दिल्ली की जो सप्लाई डेली का दुध है, सब्जी है, दाल है, आटा है, एनीथिंग ये सारा कुछ सानू पता है। मैं कल दिल्ली जाके तो बॉर्डर से जाके आया, सानू पता किहड़ियां लाइन्स दिल्ली लगी सारी सप्लाई एक बंद करके दिल्ली एक दिन नहीं कर सकती। आप एक डेमोक्रेटिक कंट्री चाहते हैं और डेमोक्रेसी ये कहती है कि सरकार को गद्दी में बैठ के जनता की आवाज़ सुननी चाहिए है कि
ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰ ਗੱਦੀ ਤੇ ਬੈਠ ਕੇ ਜਨਤਾ ਦੀ ਆਵਾਜ਼ ਸੁਣ ਰਹੀ ਹੈ? ਜੇ ਹਿੰਦੂ ਸੰਸਕ੍ਰਿਤੀ ਦੀ ਗੱਲ ਕਰਾਂ ਤਾਂ ਤੇ ਸਾਡੀ ਸੰਸਕ੍ਰਿਤੀ ਦੀ ਗੱਲ ਆ ਮਰ ਤੇ ਜਾਣਗੇ ਖਾਣਗੇ ਸਹੀ ਨਹੀਂ ਕਹਿਣਗੇ ਲੇਕਿਨ ਆਪਣੀ ਗੱਲ ਤੋਂ ਪੁੱਛਣਗੇ ਡੈਮੋਕ੍ਰੇਸੀ ਸੁਣੀ ਹੈ ਜਿਹੜੀ ਕਿੰਨੇ ਰੋਬ ਦੀ ਡੈਮੋਕ੍ਰੇਸੀ ਉਹ ਕਿੱਥੇ ਹੈ ਇਹ ਰੂਨ ਦੀ ਡੈਮੋਕ੍ਰੇਸੀ ਡੈਮੋਕ੍ਰੇਸੀ ਨੂੰ ਖਤਮ ਕਰ ਰਹੇ ਹੈ ਸਾਡੇ ਹੱਕਾਂ ਤੇ ਡਾਕਾ ਔਰ ਸਾਹਮਣੇ ਡਾਕਾ ਮਾਰ ਰਹੇ ਹੈ ਅੱਜ ਜਿਹੜੇ ਬਾਹਰਲੇ ਕੰਟਰੀ ਹੈ ਮੇਰੀ ਲਾਈਫ ਕੈਨੇਡਾ ਲੈ ਲਓ ਆਸਟ੍ਰੇਲੀਆ ਲੈ ਲਓ ਇੰਗਲੈਂਡ ਲੈ ਲਓ ਕਿੰਨੇ ਵਜੇ ਦੇ ਦੋ ਆਪਦਾਨ ਦੇ ਵਿੱਚ ਦੀ ਸੇਵੀ ਆਫ ਦੀ ਡੈਮੋਕ੍ਰੇਸੀ ਦੇ ਬਾਹਰਲੇ ਲੋਕ ਹੈਗੇ ਨੇ ਡੈਮੋਕ੍ਰੇਸੀ ਸਾਡੇ ਵੀ ਜਿੱਥੇ ਇੱਕ ਤੇ ਹਮਲਾ ਹੋ ਰਿਹਾ ਇਹ ਇਸ ਤਰ੍ਹਾਂ ਹੋਏਗਾ ਕਿ ਦੇਸ਼ ਦੇ ਵਿੱਚ ਸਰਵਿਸ ਹੋਵੇ। ਇਸ ਚੀਜ਼ ਨੂੰ ਬੜਾ ਹੀ ਦੁਖਦਾਰਿਆ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ। ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਕਾਲੇ ਕਾਨੂੰਨ ਅਗਰ ਮੋਦੀ ਸਾਹਿਬ ਵਾਪਸ ਨਹੀਂ ਲੈਂਦੇ ਤਾਂ ਅਸੀਂ ਲਾਈਫ ਲੌਂਗ ਬੈਨ ਲਗਾ ਦਾਂਗੇ ਮੋਦੀ ਸਾਹਿਬ ਤੇ ਕੈਨੇਡਾ ਆਉਣ 'ਤੇ। ਕੀ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦਾ ਇਹ ਕਹਿਣਾ ਸਹੀ ਆ ਔਰ ਕੀ ਬਾਕੀ ਦੇਸ਼ਾਂ ਨੂੰ ਵੀ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਜਾਂ ਇਹ ਸਭ ਕਰਨ ਨਾਲ ਮੋਦੀ ਸਾਹਿਬ ਨੂੰ ਅਕਲ ਆ ਸਕਦੀ ਹੈ? ਪੰਜਾਬੀ ਜਿੱਥੇ ਗਿਆ ਇਹ ਉਸ ਧਰਤੀ ਦਾ ਪੁੱਤਰ ਬਣ ਕੇ ਚਾਹੇ ਇੰਡਸਟਰੀ ਕੰਮ ਉਹਨੂੰ ਵਪਾਰ 'ਚ ਕੰਮ ਕੀਤਾ ਜ਼ਮੀਨ ਤੱਕ ਕੈਨੇਡਾ 'ਚ ਓਨਰਸ ਨੂੰ ਪੰਜਾਬੀ ਜ਼ਮੀਨ ਉੱਥੇ ਕੰਮ ਕਰਦੇ ਨੇ। ਮੈਂ ਸਭ ਦਾ ਕਿ ਅਗਰ ਕੈਨੇਡਾ ਇਸ ਪਰ ਗਿਆ ਡਿਵੈਲਪਮੈਂਟ ਕੀਤੀ ਹੈ ਇੰਡਸਟਰੀ ਕੀਤੀ ਐਗਰੀਕਲਚਰ ਕੀਤੀ ਹੈ ਕਿਸੇ ਵਿੱਚ ਕੀਤੀ ਹੈ ਇਵਨ ਪੋਲਿਟਿਕਸ ਆਪਾਂ ਕਿਸੇ ਵੀ ਗੱਲ ਕਰੀਏ ਕਿਸੇ ਵੀ ਕੰਟਰੀ ਦੇ ਵਿੱਚ ਤਾਂ ਉਹ ਪੰਜਾਬੀ ਕਰਕੇ ਮਿਹਨਤੀ ਨੇ ਹਾਰਡ ਨੇ ਪਸੀਨੇ ਦੇ ਆਪਣੇ ਸਿਰ ਤੇ ਪਸੀਨਾ ਕਰਕੇ ਇਸੇ ਕਰਕੇ ਜਿਹੜੇ ਪੰਜਾਬੀ ਨੇ ਉਹ ਚੁਣਨ ਤਿਆਰ ਨੇ ਉਹ ਮਰ ਜਾਣਗੇ ਜੇ ਮੈਂ ਆਪਣੀ ਲਾਈਫ ਪਿੱਛੇ ਹਟਾਂਗੇ। ਥੈਂਕ ਯੂ ਥੈਂਕ ਯੂ। ਫਗਵਾੜੇ ਦੇ ਵਿੱਚ ਕਿਸਾਨਾਂ ਨਾਲ ਆਓ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ ਮੰਗਾਂ ਨੂੰ ਲੈ ਕੇ ਇੱਥੇ ਫਗਵਾੜੇ ਦੇ ਵਿੱਚ ਸੰਘਰਸ਼ ਕਰ ਰਹੇ ਨੇ, ਪੂਰੇ ਦੇਸ਼ ਵਿੱਚ ਇਹਦਾ ਸੰਘਰਸ਼ ਹੋ ਰਿਹਾ ਹੈ। ਆਓ ਗੱਲ ਕਰਦੇ ਹਾਂ। ਜਿਹੜੇ ਕੇਂਦਰ ਸਰਕਾਰ ਨੇ ਕਿੰਨੇ ਕਾਨੂੰਨ ਬਣਾਏ ਉਹ ਰੱਦ ਕਰਨ ਦੀ ਖਾਤਰ ਅੱਜ ਬੱਚਾ ਮਾਂ ਬਜ਼ੁਰਗ ਹਰ ਬੰਦਾ ਰੋਡ ਤੇ ਆ ਔਰ ਇਹ ਕਾਨੂੰਨ ਅੱਜ ਦੱਸਦੇ ਆ ਕਿ ਇਹ ਕਾਨੂੰਨੀ ਆ ਪਰ ਸਾਨੂੰ ਇੱਕ ਲੋਕ ਦੇ ਬਣਾਏ ਜਿਹੇ ਸਾਨੂੰ ਇੱਕ ਵਿਸ਼ਵਾਸ ਦੀ ਗੋਲੀ ਦੇ ਜਿਹੇ ਜਿਹਾ ਸਾਡੇ ਤੇ ਇਹ ਕਾਨੂੰਨ ਦਾ ਭੂਮਿਕਾ ਇਹ ਨਹੀਂ ਕਰਦਾ। ਔਰ ਉਸ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਪੋਲਿਟਿਕਸ ਨੂੰ ਬਚਾ ਕੇ ਰੱਖ ਕੇ ਚਲਾ ਰਹੀਆਂ ਇਹ ਅੱਜ ਤੱਕ ਤਾਂ ਚੱਲ ਰਹੀਆਂ। ਜੇ ਪੋਲਿਟਿਕਸ ਬੰਦੇ ਵਿੱਚ ਵੜ ਜਾਂਦੇ ਤਾਂ ਸ਼ਾਇਦ ਇਹਨੂੰ ਅੱਜ ਨੂੰ ਬਹੁਤ ਸਾਰੀ ਢਾਹ ਲੱਗ ਜਾਂਦੀ। ਹੁਣ ਪੋਲਿਟਿਕਸ ਤੋਂ ਵੱਧ ਖਤਰਾ ਸਾਨੂੰ ਧਾਰਮਿਕ ਮੁੱਦਿਆਂ ਵਾਲੇ ਬੰਦਿਆਂ ਤੇ ਆ ਜਿਹੜੇ ਧਰਮ ਦਾ ਨਾਂ ਲੈ ਕੇ ਵਿੱਚ ਵੜ ਗਏ ਆ। ਔਰ ਉਹਨਾਂ ਦਾ ਜਥੇਬੰਦੀਆਂ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਕਿ ਉਹ ਪੋਲਿਟਿਕਸ ਨੂੰ ਵੀ ਖਤਰਨਾਕ ਆ ਕਿ ਉਹਨਾਂ ਦਾ ਬਚਾਅ ਰੱਖਣ। ਕੁਛ ਬਾਬੇ ਆ ਜਿਹੜੇ ਦਿਲੋਂ ਸੇਵਾ ਕਰਦੇ ਆ, ਨਹੀਂ ਤਾਂ ਸਭ ਬਾਬਿਆਂ ਦੇ ਕੋਲ ਕੱਖ ਨਹੀਂ। ਸਭ ਕੁਝ ਸਾਡਾ ਆ, ਦਾਣੇ ਸਾਡੇ, ਸਬਜ਼ੀ ਸਾਡੀ, ਇਹ ਤਾਂ ਸਿਰਫ ਇੱਕ ਵੰਡਦੇ ਆ। ਅੱਜ ਵੀ ਇਹਨਾਂ ਦੀਆਂ ਸਾਡੇ ਕੋਲ ਪਿੰਡਾਂ ਦੇ ਵਿੱਚ ਕੀ ਹਰੇਕ ਥਾਂ ਦਾਣਿਆਂ ਦੀਆਂ ਬੋਰੀਆਂ ਪਈਆਂ ਜਿਨ੍ਹਾਂ ਦੇ ਲੰਗਰ ਦਿੱਤੇ ਜਾਂਦੇ ਆ ਔਰ ਕਿਹਾ ਜਾਂਦਾ ਕਿ ਹਾਂ ਅਸੀਂ ਸੰਗਤ ਦੀ ਸੇਵਾ ਕਰਦੇ ਆ। ਔਰ ਇਹਨਾਂ ਨੂੰ ਛੇਤੀ ਤੋਂ ਛੇਤੀ ਸਾਈਡ ਤੇ ਰੱਖ ਕੇ ਸਤਿਕਾਰਯੋਗ ਜਿਹੜੀ ਸੇਵਾ ਕਰਦੇ ਆ ਤੇ ਉਹੋ ਹੀ ਸੇਵਾ 'ਚ ਰੱਖਣ। ਔਰ ਮੇਰੀ ਹੱਥ ਜੋੜ ਕੇ ਬੇਨਤੀ ਆ ਭਾਜਪਾ ਵਾਲਿਆਂ ਨੂੰ ਕਿ ਸੋਮ ਪ੍ਰਕਾਸ਼ ਜੀ ਨੂੰ ਮੈਂ ਬੇਨਤੀ ਕਰਦਾ ਕਿ ਆਪਣਾ ਅਸਤੀਫਾ ਦੇ ਕੇ ਉੱਥੇ ਸਾਡੇ ਧਰਨੇ ਵਿੱਚ ਦਿੱਲੀ ਬਹਿ ਜਾਵੇ। ਔਰ ਕੁਝ ਸਭ ਤੋਂ ਵੱਡੀ ਸਾਡੀ ਵੀ ਜਿੱਤ ਤਾਂ ਸੋਮ ਪ੍ਰਕਾਸ਼ ਦੀ ਉਹ ਤੋਂ ਵੱਡੀ ਜਿੱਤ ਜੋ ਮਾਣ ਸਰਕਾਰ ਨੇ 4 ਸਾਲਾਂ ਦੇ ਵਿੱਚ ਨਹੀਂ ਦੇਣਾ ਜਿਹੜਾ ਸੰਗਤ ਨੇ ਫੁੱਲਾਂ ਦੇ ਚੱਕ ਕੇ ਅੱਜ ਦੇ ਦੇਣਾ ਉਹ ਮੌਕਾ ਉਹਨਾਂ ਦੇਵੇ। ਮੈਂ ਕੁਝ ਛੋਟਾ ਹੋਣ ਦੇ ਨਾਤੇ ਉਹਨੂੰ ਬੇਨਤੀ ਕਰਦਾ ਕਿ ਛੇਤੀ ਤੋਂ ਛੇਤੀ ਅਸਤੀਫਾ ਦੇ ਕੇ ਬਾਹਰ ਆਵੇ। ਥੈਂਕ ਯੂ। ਕੀਮਤ ਨਹੀਂ ਮਿਲ ਰਹੀ ਔਰ ਝੋਨਾ ਵੀ ਯੂਪੀ ਤੋਂ ਆ ਕੇ ਇੱਥੇ ਵਿਕ ਰਿਹਾ ਆ। ਜੋ ਅਸੀਂ ਸਮਝਦੇ ਉਹਦਾ ਕਾਰਨ ਕਿ ਯੂਪੀ ਔਰ ਬਿਹਾਰ ਦੀ ਜਿਹੜੀ ਏਪੀਐਮਸੀ ਮੰਡੀਆਂ ਬਹੁਤ ਕਮਜ਼ੋਰ ਹੈ। ਬਿਹਾਰ 'ਚ ਤਾਂ ਹੈ ਹੀ ਨਹੀਂ ਔਰ ਇੱਥੇ ਦੀ ਏਪੀਐਮਸੀ ਮੰਡੀਆਂ ਬਹੁਤ ਮਜ਼ਬੂਤ ਹੈ ਕਿਸਾਨ ਦੀਆਂ ਔਰ ਇੱਥੇ ਐਮਐਸਪੀ ਮਿਲ ਜਾਂਦੀ ਹੈ ਜਦ ਕਿ ਬਿਹਾਰ 'ਚ ਨਹੀਂ ਮਿਲ ਸਕਦੀ ਕਿਉਂਕਿ ਉੱਥੇ ਏਪੀਐਮਸੀ ਮੰਡੀ ਨਹੀਂ ਹੈਗੀ ਔਰ ਯੂਪੀ ਦੀ ਏਪੀਐਮਸੀ ਮੰਡੀਆਂ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ। ਤੇ ਇਹਦੇ ਬਾਰੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿੱਥੇ ਇਹ ਮੰਡੀਆਂ ਹੈ ਨਹੀਂ ਉੱਥੇ ਜ਼ਿਮੀਂਦਾਰ ਦੀ ਬਹੁਤ ਬੁਰੀ ਹਾਲਤ ਹੈ, ਬਹੁਤ ਬੁਰੀ ਹਾਲਤ। ਜਿੱਥੇ ਸਰਕਾਰ ਖਰੀਦ ਦੀ ਜ਼ਿੰਮੇਵਾਰੀ ਨਹੀਂ ਲੈਂਦੀ ਉੱਥੇ ਇਹ ਕਿਸਾਨ ਦਾ ਇੰਨਾ ਮਾੜਾ ਹਾਲ ਹੈ ਉਹ ਦੇਣ ਨੂੰ ਤਿਆਰ ਨਹੀਂ। ਦੂਸਰੇ ਪਾਸੇ ਜਿਹਨਾਂ ਦੇਸ਼ਾਂ 'ਚ ਨਹੀਂ ਮੰਡੀਆਂ ਉੱਥੇ ਤਾਂ ਯੂਪੀ ਦਾ, ਬਿਹਾਰ ਦਾ, ਝਾਰਖੰਡ ਦਾ, ਬੰਗਾਲ ਦਾ, ਪੰਜਾਬ 'ਚ ਆ ਕੇ ਕੰਮ ਕਰ ਰਿਹਾ ਔਰ ਉਹ ਕਹਿੰਦੇ
ਸਾਡੇ 800 ਝੋਨਾ ਵਿਕਦਾ। ਅਸੀਂ ਕਹਿੰਦੇ ਮਾੜਾ ਮੋਟਾ ਕਰਕੇ ਪੰਜਾਬ 'ਚ ਆ ਕੇ ਮਜ਼ਦੂਰੀ ਕਰਦੇ, ਜੇ ਪੰਜਾਬ ਦਾ ਵੀ ਸਾਡੇ ਵਾਲਾ ਹਾਲ ਹੋ ਗਿਆ ਤਾਂ ਅਸੀਂ ਕਿੱਧਰ ਨੂੰ ਜਾਵਾਂਗੇ। ਬੜੀ ਇਹ ਸਿਚੁਏਸ਼ਨ ਜਿਹੜੀ ਉਹ ਇਸ ਤਰ੍ਹਾਂ ਦੀ ਹੋ ਜਾਣੀ ਆ ਹੌਲੀ ਹੌਲੀ। ਜਿਸ ਤਰ੍ਹਾਂ ਆਲੂ ਮਹਿੰਗਾ ਹੋਇਆ, ਕਿਉਂ ਮਹਿੰਗਾ ਹੋਇਆ ਜੀ 5-4 ਸਾਲ ਆਲੂ ਰੁਲਿਆ, ਕਿਸੇ ਜ਼ਿੰਮੇਵਾਰ ਅਥਾਰਟੀ ਨੇ ਖਰੀਦਿਆ ਨਹੀਂ ਤੇ ਆਲੂ ਜ਼ਿਮੀਂਦਾਰਾਂ ਨੂੰ ਸੜਕਾਂ ਤੇ ਖਿਲਾਰਨਾ ਪਿਆ। ਆਲੂ ਇੱਕ ਖੇਤ ਵਿੱਚੋਂ 100 ਕੁਇੰਟਲ ਔਸਤ ਉਪਜਿਆ ਆਲੂ ਦੀ, ਤੇ ਆਲੂ ਦਾ ਰੇਟ ਤੇ 40 ਰੁਪਏ ਹੋ ਗਿਆ ਤੇ ਕਣਕ ਦੇ 18 ਕੁਇੰਟਲ ਐਵਰੇਜ ਇੱਕ ਏਕੜ ਦੇ ਵਿੱਚ। ਇਹਦਾ ਅਸੀਂ ਇੱਕ ਮੇਨ ਕਾਰਨ ਇਹ ਵੀ ਸਮਝਦੇ ਹਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਜਿਹੜਾ ਕਿ ਇਹਨੂੰ ਕੱਢਿਆ ਜਾ ਰਿਹਾ, ਜਿਹੜੀਆਂ ਸਾਡੀਆਂ ਮੇਨ ਫਸਲਾਂ ਨੂੰ ਐਸੈਂਸ਼ੀਅਲ ਕਮੋਡਿਟੀਜ਼ ਐਕਟ ਚੋਂ ਕੱਢ ਕੇ ਇਹਦੇ ਨੂੰ ਰੁਲਣ ਲਈ ਛੱਡਿਆ ਜਾ ਰਿਹਾ। ਇਹਦੇ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ? ਇਹਨਾਂ ਨੂੰ ਕੱਢਣਾ ਚਾਹੀਦਾ ਤਾਂ ਕਿ ਰੁਲ ਜਾਣ ਸਾਡੀਆਂ ਸਬਜ਼ੀਆਂ ਦਾ, ਕਿਸਾਨ ਰੁਲ ਜਾਵੇ। ਸਰਕਾਰ ਨੂੰ ਦੇਖੋ, ਜਿਨ੍ਹਾਂ ਚੀਜ਼ਾਂ ਦੀ ਬਹੁਤ ਘੱਟ ਜ਼ਰੂਰਤ ਪੈਂਦੀ ਆ ਉਹਨਾਂ ਨੂੰ ਵਪਾਰੀਆਂ ਦੇ ਹਵਾਲੇ ਕੀਤਾ ਗਿਆ, ਚਾਹੇ ਉਹ ਭੱਠੇ ਸੀ ਚਾਹੇ ਉਹ ਹੋਰ ਸੀ, ਉਹ ਸਟਰਾਈਕ ਕਰ ਦਿੰਦੇ ਸੀ। ਹੁਣ ਇਹ ਆ ਕਿ ਸਭ ਤੋਂ ਵੱਡਾ ਹਥਿਆਰ ਹੈ, ਜੇ ਆਟਾ 200 ਨੂੰ ਵੀ ਕਿਲੋ ਮਿਲਿਆ ਤੇ ਖਾਣਾ ਹੀ ਪੈਣਾ। ਜੇ ਦਵਾਈ ਕਿੰਨੀ ਮਹਿੰਗੀ ਆ, ਆਪਾਂ ਬਿਮਾਰ ਆ ਤੇ ਆਪਾਂ ਨੂੰ ਲੈਣੀ ਪੈਂਦੀ, ਆਪਾਂ ਇਹ ਨਹੀਂ ਸੋਚਦੇ ਵੀ ਪੈਸੇ ਕੋਲ ਹੈਗੇ ਕਿ ਹੈ ਨਹੀਂ। ਸੋ ਇਹ ਜਿਹੜਾ ਹੁਣ ਬਾਕੀ ਚੀਜ਼ਾਂ ਤੇ ਕੈਪਚਰ ਕੀਤੀਆਂ ਸੀ, ਹੁਣ ਜੇ ਕਣਕ ਝੋਨੇ ਨੂੰ ਵੀ ਕੈਪਚਰ ਕਰ ਰਹੇ ਆ, ਇਹ ਵੱਡੇ ਘਰਾਣਿਆਂ ਦੇ ਹੱਥਾਂ ਵਿੱਚ ਦੇ ਰਿਹਾ। ਇਹਦਾ ਮਤਲਬ ਇਹ ਹੈ ਕਿ ਜਨਤਾ ਦਾ ਇੱਕ ਭੁੱਖੇ ਮਰਦਿਆਂ ਨੂੰ ਕਹਿੰਦੇ ਹੁੰਦੇ ਮਰਦੀ ਨੇ ਹੱਕ ਚੱਕਿਆ, ਉਹੀ ਕਹਾਣੀ ਹੋਈ। ਸਾਨੂੰ ਇਹ ਵੀ ਦੇਖਣ ਚ ਆ ਰਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਜਿਹੜੀ ਸਰਵੇ ਕਰਾਉਂਦੀ ਆ, ਉਹਦੇ ਚ ਸਰਵੇ ਦੇ ਵਿੱਚ ਜਿਹੜੇ ਉਹਨਾਂ ਨੇ ਇਕਨੋਮਿਸਟ ਰੱਖੇ ਹੋਏ ਆ, ਉਹ ਉਹਨਾਂ ਨੂੰ ਇਹ ਗਾਈਡ ਕਰ ਰਹੇ ਆ ਕਿ ਤੁਸੀਂ ਜਿਹੜੀ ਆਪਣੀ ਕਿਸਾਨੀ ਹੈਗੀ ਆ ਉਹਨੂੰ ਖਤਮ ਕਰੋ, ਤਾਂ ਜਿਹੜੇ ਕਿਸਾਨੀ ਜਨਤਾ ਉਹਨਾਂ ਨੂੰ ਸ਼ਹਿਰ 'ਚ ਲੈ ਕੇ ਆਓ ਲੇਬਰ ਦੇ ਕੰਮ ਕਰਨ ਲਈ। ਤਾਂ ਕਿਸਾਨ ਜਨਤਾ ਜਿਹੜੀ ਸਾਡੇ ਹਿੰਦੁਸਤਾਨ 'ਚ 60% ਹੈ, ਅਸੀਂ ਉਹਨੂੰ 20% ਜਾਂ 25% ਤੇ ਲੈ ਕੇ ਜਾਣਾ ਆ। ਜਿੱਦਾਂ ਅਮਰੀਕਾ ਦੇ ਵਿੱਚ 1% ਹੀ ਆ ਕਿਸਾਨੀ, ਤਾਂ ਸਾਰਿਆਂ ਨੂੰ ਸ਼ਹਿਰਾਂ 'ਚ ਲਿਆ ਕੇ ਲੇਬਰ ਕਰਾਈ ਜਾਵੇ, ਤਾਂ ਜਿਹੜੀ ਕਿਸਾਨ ਹੈਗੇ ਨੇ ਪਿੰਡਾਂ ਦੇ ਵਿੱਚ ਪਿੰਡ ਖਾਲੀ ਕਰ ਦਿੱਤੇ ਜਾਣ, ਤਾਂ ਕਿ ਦੇਸ਼ ਦੀ ਡਿਵੈਲਪਮੈਂਟ ਹੋਵੇ। ਜੋ ਉਹਨਾਂ ਦੀ ਸੋਚਣੀ ਹੈ, ਸਾਡੀ ਨਹੀਂ ਸੋਚਣੀ, ਅਸੀਂ ਸਰਕਾਰ ਦੀ ਸੋਚਣੀ ਤੁਹਾਨੂੰ ਦੱਸ ਰਹੇ ਹਾਂ। ਤਾਂ ਉਹ ਇਸ ਤਰ੍ਹਾਂ ਦੇ ਉਹ ਲੈ ਕੇ ਆ ਰਿਹਾ, ਫਿਰ ਉਸ ਤੋਂ ਬਾਅਦ ਉਹ ਸਕੀਮਾਂ ਬਣਾਉਣ ਨੂੰ ਉਹਨਾਂ ਨੂੰ ਕਹਿੰਦੇ ਇਕਨੋਮਿਸਟ। ਉਹ ਸਕੀਮਾਂ ਇੱਦਾਂ ਦੀਆਂ ਬਣਾਉਂਦੇ ਆ ਵੀ ਚਲੋ ਕਿਉਂਕਿ ਜੱਟ ਸਾਰੇ ਸ਼ਹਿਰਾਂ 'ਚ ਆ ਜਾਊਗੇ, ਲੇਬਰ ਕਰਨ ਲੱਗੂਗੇ, ਤਾਂ ਕਿਸਾਨੀ ਅਸੀਂ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਈਏ, ਤਾਂ ਕਾਰਪੋਰੇਟ ਘਰਾਣੇ ਕਿਸਾਨੀ ਕਰਨ ਲੱਗੂਗੇ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ? ਇਹ ਜਿਹੜਾ ਕੰਮ ਹੈਗਾ ਕਾਰਪੋਰੇਟ ਦਾ ਜ਼ਿਮੀਂਦਾਰਾਂ ਨੂੰ ਜਾਂ ਇਹ ਸਾਡੀ ਗਿਣਤੀ ਘਟਾਉਣ ਦਾ ਜਿਹੜਾ ਕਾਰਜ ਆ, ਇਹ ਵਰਲਡ ਲੈਵਲ ਤੇ ਫੇਲ ਹੋ ਚੁੱਕਿਆ। ਮੈਂ ਕੈਨੇਡਾ, ਅਮਰੀਕਾ, ਇੰਗਲੈਂਡ ਹੋਰ ਕਈ ਦੇਸ਼ਾਂ ਵਿੱਚ ਜਾ ਚੁੱਕਿਆ। ਉੱਥੇ ਦੀਆਂ ਸਰਕਾਰਾਂ ਅੱਜ ਪਛਤਾ ਰਹੀਆਂ ਕਿ ਅਸੀਂ ਕਿਸੇ ਟਾਈਮ ਤੇ ਕਿਉਂ ਫੈਸਲਾ ਲੈ ਲਿਆ। ਅੱਜ ਉਹਨਾਂ ਨੂੰ ਜ਼ਿਮੀਂਦਾਰ ਨੂੰ ਇੰਨੇ ਲਾਲਚ ਦੇਣੇ ਪੈ ਰਹੇ, ਉਹਦੇ ਬਾਵਜੂਦ ਵੀ ਜ਼ਿਮੀਂਦਾਰ ਖੇਤੀ ਨਹੀਂ ਕਰ ਰਿਹਾ। ਕੈਨੇਡਾ ਦਾ, ਅਮਰੀਕਾ ਦਾ ਜ਼ਿਮੀਂਦਾਰ ਜਿਹਨੂੰ 25% ਪ੍ਰਾਈਸ ਤੇ ਡੀਜ਼ਲ ਦਿੱਤਾ ਜਾ ਰਿਹਾ, ਜਿਹਨੂੰ ਹੋਰ ਇੰਨੀਆਂ ਕਸੂਰਤਾਂ ਸਰਕਾਰ ਦੇ ਰਹੀ ਆ, ਔਰ ਫਿਰ ਉਹਦੇ ਕੋਲੋਂ ਖਰੀਦ ਕੇ 75% 80% ਸਬਸਿਡੀ ਦੇ ਲੋਕਾਂ ਨੂੰ ਵੇਚਿਆ ਜਾ ਰਿਹਾ ਤਾਂ ਕਿ ਲੋਕੀ ਸਾਡੇ ਖਾ ਸਕਣ। ਦੁੱਧ ਦੀ ਹਾਲਾਤ, ਆਟੇ ਤੇ, ਦਾਲ ਤੇ ਜਾਂ ਜਿੰਨੀਆਂ ਖਾਦ ਪਦਾਰਥ ਆ ਸਾਰਿਆਂ ਤੇ ਸਰਕਾਰ ਸਬਸਿਡਾਈਜ਼ ਉੱਥੇ ਨਹੀਂ ਕਰਦੀ ਆ, ਕਿਉਂਕਿ ਸਾਡੀ ਸਰਕਾਰ ਨਹੀਂ ਕਰ ਸਕਦੀ। ਉੱਥੇ ਉਹਨਾਂ ਦੇਸ਼ਾਂ ਦਾ ਬਹੁਤ ਵੱਡਾ ਬਜਟ ਦਾ ਹਿੱਸਾ ਇਸ ਚੀਜ਼ ਤੇ ਲੱਗ ਜਾਂਦਾ ਕਿ ਸਾਡੇ ਲੋਕ ਜਿਹੜੇ ਆ ਜ਼ਰੂਰੀ ਵਸਤਾਂ ਖਾ ਸਕਣ। ਤੇ ਸਾਡੇ ਦੇਸ਼ ਵਿੱਚ ਉਸ ਵੇਲੇ ਸਰਕਾਰਾਂ ਤੋਂ ਇਹ ਪ੍ਰਬੰਧ ਨਹੀਂ ਹੋਣੇ ਤੇ ਇੱਥੇ ਜਨਤਾ ਵਿੱਚ ਭੁੱਖਮਰੀ ਫੈਲਦੀ। ਦੇਖੋ, ਹਰ ਦੇਸ਼ ਦਾ ਇੱਕ ਆਪਣਾ ਇੱਕ ਕਲਚਰ ਹੁੰਦਾ ਹੈ, ਆਪਣੀ ਹਿਸਟਰੀ ਹੁੰਦੀ ਆ, ਆਪਣਾ ਇੱਕ ਕਹਿ ਲਓ ਕਿ ਰਹਿਣ ਸਹਿਣ ਦਾ ਤਰੀਕਾ ਹੁੰਦਾ ਆ। ਜੋ ਸਾਡਾ ਹਿੰਦੁਸਤਾਨ ਦਾ ਰਹਿਣ ਸਹਿਣ ਦਾ ਤਰੀਕਾ ਆ ਉਹ ਯੂਰਪ ਤੋਂ ਵੱਖਰਾ ਹੈਗਾ ਆ। ਸਾਡੀ ਜੋ ਸੋਚਣੀ ਆ ਵੱਖਰੀ ਹੈਗੀ ਆ। ਸਾਡੀ ਸੋਚ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੇ ਸਾਡੇ ਹਰਿਤ ਕ੍ਰਾਂਤੀ ਦੇ ਨੇਤਾ ਸੀਗੇ MS ਸਵਾਮੀਨਾਥਨ ਜੀ, ਜਿਨ੍ਹਾਂ ਦੀ ਵਜ੍ਹਾ ਨਾਲ ਗ੍ਰੀਨ ਰੈਵੋਲੂਸ਼ਨ ਆਈ, ਤਾਂ MS ਸਵਾਮੀਨਾਥਨ ਜੀ ਨੂੰ ਸੰਨ 2004 'ਚ ਕਿਹਾ ਗਿਆ ਸੀਗਾ ਕਿ ਤੁਸੀਂ ਕਿਸਾਨੀ ਨੂੰ ਮਜ਼ਬੂਤ ਕਰਨ ਲਈ ਸਰਵੇ ਕਰੋ ਔਰ ਉਹਦੀ ਸਾਨੂੰ ਰਿਪੋਰਟ ਸੌਂਪੋ। ਜਿਹੜੀ MS ਸਵਾਮੀਨਾਥਨ ਜੀ ਦੀ ਰਿਪੋਰਟ ਸੀਗੀ ਸੰਨ 2006 'ਚ ਆ ਗਈ ਸੀਗੀ। ਉਹਨਾਂ ਨੇ ਕਿਸਾਨੀ ਨੂੰ ਮਜ਼ਬੂਤ ਕਰਨ ਦੇ ਅਲੱਗ-ਅਲੱਗ 6 ਪਹਿਲੂ ਦੱਸੇ ਸੀਗੇ, ਜਿਸ 'ਚ ਇੱਕ ਪਹਿਲੂ MSP ਦਾ ਵੀ ਸੀਗਾ, ਜਿਸ 'ਚ ਉਹਨਾਂ ਨੇ ਕਿਸਾਨੀ ਦੇ ਵਿੱਚ ਲਾਗਤ ਦਾ ਵੀ ਸਿਸਟਮ ਕੱਢਿਆ ਸੀਗਾ ਵੀ ਕਿਸਾਨੀ ਦੀ ਕਿੰਨੀ ਲਾਗਤ ਆਉਂਦੀ ਹੈ ਉਹਦਾ ਟੋਟਲ ਕੱਢਿਆ ਜਾਵੇ ਔਰ ਉਸ ਲਾਗਤ ਦਾ ਡੇਟਾ ਕਿਸਾਨ ਨੂੰ MSP ਦੇ ਰੂਪ 'ਚ ਮਿਲੇ, ਜਿਹੜਾ ਅੱਜ ਤੱਕ ਲਾਗੂ ਨਹੀਂ ਕਰ ਸਕੀ ਸਰਕਾਰ। ਉਲਟਾ ਉਹ ਹੋਰ ਸਰਵੇ ਕਰਾਉਂਦੀ ਰਹੀ ਗਵਰਨਮੈਂਟ ਨੂੰ ਮਜ਼ਬੂਤ ਕਰਾਉਣ ਲਈ। ਤਾਂ ਕੀ ਸਰਕਾਰ ਨੂੰ MS ਸਵਾਮੀਨਾਥਨ ਦੀ ਰਿਪੋਰਟ ਪਸੰਦ ਨਹੀਂ ਆਈ? ਉਹਨੂੰ ਉਹਦੇ ਉੱਤੇ ਵਾਈਟ ਪੇਪਰ ਕੱਢਣਾ ਚਾਹੀਦਾ ਕਿ ਨਹੀਂ ਚੜਨਾ
ਕਰਨਾ ਚਾਹੀਦਾ, ਇਹ ਉਹਨੂੰ ਦੇਸ਼ ਨੂੰ ਕਲੀਅਰ ਕਰਨਾ ਚਾਹੀਦਾ MS ਸਵਾਮੀਨਾਥਨ ਦੀ ਰਿਪੋਰਟ ਸਹੀ ਸੀ ਜਾਂ ਗਲਤ ਸੀ, ਅਸੀਂ ਉਹਨੂੰ ਲਾਗੂ ਕਰਨਾ ਕਿ ਨਹੀਂ ਕਰਨਾ, ਕਿ ਜੇ ਉਹਨੇ ਜਿਹੜੇ ਕਾਲੇ ਕਾਨੂੰਨ ਕੱਢਦੇ ਆ ਉਹ MS ਸਵਾਮੀਨਾਥਨ ਦੀ ਰਿਪੋਰਟ ਤੋਂ ਕਿਵੇਂ ਵਧੀਆ ਆ, ਉਹ ਸਾਡੇ ਹਿਸਾਬ ਨਾਲ ਸਰਕਾਰ ਨੂੰ ਕਲੀਅਰ ਕਰਨਾ ਚਾਹੀਦਾ ਹੈ। ਅਸੀਂ ਆਪਣੇ ਬੁਲਾਰਿਆਂ ਤੋਂ ਵੀ ਪੁੱਛਣਾ ਚਾਹੋਗੇ, ਉਹਨਾਂ ਦੇ ਜਿਹੜੇ ਕਿਸਾਨੀ ਨਾਲ ਤਲਕ ਰੱਖਦੇ ਹਨ, ਕਿਸਾਨ ਨੇਤਾ ਹਨ, ਅਸੀਂ ਉਹਨਾਂ ਨੂੰ ਪੁੱਛਣਾ ਚਾਹਾਂਗੇ ਉਹਨਾਂ ਦੇ ਕੀ ਵਿਚਾਰ ਹਨ ਇਸ ਉੱਤੇ। ਜਿਹੜੀ ਗੱਲ ਸਵਾਮੀਨਾਥਨ ਦੀ ਕੱਢਣਾ ਇਹਨਾਂ ਨੇ, ਉਹ ਇਹਨਾਂ ਦੇ ਕੋਲ ਸਰਕਾਰਾਂ ਦੇ ਕੋਲ ਯੂਨੀਵਰਸਿਟੀਆਂ ਹਨ, ਐਗਰੀਕਲਚਰ ਯੂਨੀਵਰਸਿਟੀਆਂ ਤੋਂ ਪਤਾ ਕਰਨ ਕਿ 1 ਕੁਆਂਟਲ ਕਣਕ ਦੀ ਜਾਂ ਝੋਨੇ ਦੀ ਲਾਗਤ, ਉਹਦੇ ਉੱਤੇ ਕਿੰਨੀ ਲਾਗਤ ਉਹਦੇ ਪੈਦਾ ਕਰਨ ਦੀ ਲਾਗਤ ਆਉਂਦੀ ਹੈ, ਲੇਕਿਨ ਉਹਦੇ ਨਾਲੋਂ ਤਾਂ ਜ਼ਿਮੀਦਾਰ ਸਸਤਾ ਵੇਚ ਕੇ ਵੀ ਮੁਨਾਫਾ ਇਹਦਾ ਸਵਾਮੀਨਾਥਨ ਜੀ ਨੇ ਲਾਗਤ ਵੀ ਦੱਸੀ ਸੀ ਔਰ ਉੱਤੇ ਇਹ ਵੀ ਦੱਸਿਆ ਸੀ ਵੀ ਤੁਹਾਡਾ ਮਿਹਨਤਾਨਾ ਕਿੰਨਾ ਪੈ ਰਿਹਾ, ਜਿਹੜਾ ਪੂਰਾ ਪਰਿਵਾਰ ਮਿਹਨਤ ਕਰਦਾ ਉਹਦੀ ਮਿਹਨਤਾਨਾ ਵੀ ਪਾਓ। ਉੱਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਲੋਨ ਲਿੱਤੇ ਆ, ਲੋਨਾਂ ਦਾ ਤੁਹਾਡਾ ਕਿੰਨਾ ਇੰਟਰਸਟ ਦੇਣਾ ਪੈ ਰਿਹਾ ਉਹ ਵੀ ਖਰਚਾ ਉੱਤੇ ਪਾਓ। ਹੋਰ ਜਿਹੜਾ ਕਿਸਾਨੀ ਨਾਲ ਲਾਗਤ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਲੋਨ ਚੱਲਦਾ ਕੁਝ ਵੀ ਕਰਦਾ ਉਹਦਾ ਵੀ ਖਰਚਾ ਪਾਓ। ਉਹ ਸਾਰੇ ਖਰਚੇ ਪਾਉਣ ਤੋਂ ਬਾਅਦ ਜਿਹੜੀ ਲਾਗਤ ਆਏਗੀ ਉਹਦਾ ਡੇਟਾ ਕਿਸਾਨ ਨੂੰ ਮਿਲਣਾ ਚਾਹੀਦਾ, ਤਾਂ ਕਿਸਾਨ ਸਾਡੇ ਦੇਸ਼ 'ਚ ਮਜ਼ਬੂਤ ਹੋਊਗਾ, ਤਾਂ ਸਾਡਾ ਦੇਸ਼ ਡਿਵੈਲਪਡ ਨੇਸ਼ਨ ਬਣ ਪਾਏਗਾ, ਤਾਂ ਸਾਡਾ ਜਿਹੜਾ ਹੈਗਾ ਕਿ ਡਿਵੈਲਪਡ ਨੇਸ਼ਨ ਬਣਾਏਗਾ, ਕਿਉਂਕਿ ਹਰ ਇੱਕ ਬੰਦਾ ਮਜ਼ਬੂਤ ਹੋਏਗਾ ਤਾਂ ਉਹਦੇ ਹੱਥ ਦੇ ਵਿੱਚ ਇੱਕ ਪੈਸਾ ਹੋਏਗਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਟਾਈਮ ਜਿੰਨੀ ਆਪਣੀ ਯੂਨੀਵਰਸਿਟੀ ਦੇ ਵਿੱਚ ਪੈਦਾਵਾਰ ਦੀ ਲਾਗਤ ਹੈ, ਜਿੰਨੀ ਲਾਗਤ ਤੋਂ ਅੱਧੀ ਵੀ MSP ਹੈ। ਕੀ ਤੁਸੀਂ ਇਹਨੂੰ ਗਲਤ ਸਮਝਦੇ ਹੋ? ਬਿਲਕੁਲ ਗਲਤੀ। ਤਾਂ ਕੀ ਤੁਸੀਂ ਸਰਕਾਰ ਨੂੰ ਅਪੀਲ ਕਰੋਗੇ ਕਿ ਉਹ MS ਸਵਾਮੀਨਾਥਨ ਦੀ ਰਿਪੋਰਟ ਵੱਲ ਧਿਆਨ ਦੇਣਾ ਚਾਹੀਦਾ ਬਜਾਏ ਕਾਲੇ ਕਾਨੂੰਨ ਬਣਾਉਣ ਦੇ? ਮੇਨ ਤਾਂ ਕੰਮ ਤਾਂ ਇਹ ਸੀ ਕਿ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਸੀ, ਨਾ ਕਿ ਇਸ ਅਨਾਜ ਨੂੰ ਆਪਣੇ ਕੰਟਰੋਲ ਵਿੱਚ ਲਿਆਉਣ ਦੀ ਬਜਾਏ ਉਸ ਨੂੰ ਲਾਗੂ ਕਰਨਾ ਚਾਹੀਦਾ ਸੀ। ਨਹੀਂ, ਅਨਾਜ ਕੰਟਰੋਲ ਕਰਨ ਲਈ ਤਾਂ ਉਹਨਾਂ ਨੇ ਇੱਕ ਕਾਨੂੰਨ ਦੇ ਵਿੱਚ ਵੀ ਲਿਖ ਦਿੱਤਾ ਕਿ ਕੋਈ ਜਿੰਨੀ ਮਰਜ਼ੀ ਸਟੋਰੇਜ ਕਰ ਸਕਦਾ, ਜਿੰਨਾ ਮਰਜ਼ੀ ਕਰ ਸਕਦਾ। ਅਡਾਨੀ ਵਰਗਿਆਂ ਦੇ ਜਿਹੜੇ ਉਹ ਕਾਰਪੋਰੇਟ ਅਡਾਨੀਆਂ ਨੂੰ ਕੁਝ ਕਰਨਾ ਚਾਹੁੰਦੇ, ਉਹਨਾਂ ਦੇ ਗੜਾਊਨ ਵੀ ਬਣਨੇ ਸ਼ੁਰੂ ਹੋ ਗਏ ਹਨ। ਕੀ ਸਰਕਾਰ ਨੂੰ ਖੁਦ ਗੜਾਊਨ ਨਹੀਂ ਬਣਾਉਣੇ ਚਾਹੀਦੇ ਸਨ? ਇਹਦੇ ਉੱਤੇ ਤੁਹਾਨੂੰ ਕੀ ਵਿਚਾਰ ਹੈ, ਕੀ ਕਹਿਣਾ ਚਾਹੁੰਦੇ ਹੋ? ਜ਼ਰੂਰੀ ਸੀ ਜਿਹੜੀਆਂ ਸਾਡੀਆਂ ਨੈਸੈਸਿਟੀ ਗੁੱਡਸ ਆ, ਜਿਹੜੀਆਂ ਅੱਤ ਜ਼ਰੂਰੀ ਲੋੜਾਂ ਆ, ਰੋਟੀ ਕੱਪੜਾ, ਇਹ ਸਾਡੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜਿਹੜੀਆਂ ਕਿ ਸਰਕਾਰਾਂ ਆਪ ਸਟੋਰ ਬਣਾਉਣ ਤੋਂ ਆਪ ਮਾਰਕੀਟ ਹੋਰ ਕਿੱਦਾਂ ਦੇ ਸਾਡੇ FCI ਫੂਡ ਸਪਲਾਈ ਇਹ ਅਦਾਰਿਆਂ ਨੂੰ ਮੇਨਟੇਨ ਨਾ ਕਰਕੇ ਇਹਨਾਂ ਅਦਾਰਿਆਂ ਨੂੰ ਵੇਚਣ ਵਾਲੇ ਪਾਸੇ ਤੁਰ ਰਹੀ ਹੈ। ਇਹਦੇ ਬਾਰੇ ਇਹ ਜ਼ਿੰਮੇਵਾਰੀ ਤੋਂ ਭੱਜ ਰਹੀ ਸਰਕਾਰ ਬਸ਼ਰਤੇ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਠੀਕ ਢੰਗ ਨਾਲ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਕੇ ਆਮ ਲੋਕਾਂ ਨੂੰ ਅਨਾਜ ਪਹੁੰਚਾਉਣ ਦੀ ਜ਼ਿੰਮੇਵਾਰੀ ਸਰਕਾਰ ਨੂੰ ਭੱਜ ਰਹੀ ਹੈ। ਸਰਕਾਰ ਅਗਰ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਆ, ਕੀ ਤੁਹਾਡਾ ਕਹਿਣਾ ਹੈ ਉਹ ਕਿਸਾਨਾਂ ਨੂੰ ਇਸ ਦੇਸ਼ ਦਾ ਸਿਟੀਜ਼ਨ ਨਹੀਂ ਸਮਝਦੇ? ਜਿਸ ਤਰੀਕੇ ਨਾਲ ਅੱਜ ਜ਼ਿਮੀਂਦਾਰ ਬੈਠਾ ਉਸ ਹਿਸਾਬ ਨਾਲ ਤਾਂ ਇਹੀ ਲੱਗਦਾ ਕਿ ਜ਼ਿਮੀਂਦਾਰ ਕਦੇ ਕਿਸੇ ਤਰ੍ਹਾਂ ਦੇ ਐਲੀਗੇਸ਼ਨ ਲਾਏ ਜਾਂਦੇ, ਕਦੇ ਉਹਨਾਂ ਨੂੰ ਕਿਸੇ ਪਾਰਟੀ ਦੇ ਅਧੀਨ ਕੰਮ ਕਰਦੇ ਕਿਹਾ ਜਾਂਦਾ, ਕਦੇ ਉਹਨਾਂ ਨੂੰ ਦੇਸ਼ ਵਿਰੋਧੀ ਕਿਹਾ, ਦੇਸ਼ ਵਿਰੋਧੀ ਕਿਹਾ ਜਾਂਦਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਅਸੀਂ ਇੱਥੇ ਬੁਲਾਰਿਆਂ ਦੀ ਅਪੀਲ ਦੇ ਉੱਤੇ ਸਰਕਾਰ ਨੂੰ ਗੁਜ਼ਾਰਿਸ਼ ਕਰਾਂਗੇ ਕਿ ਕਿਸਾਨਾਂ ਦੀਆਂ ਜਿਹੜੀਆਂ ਵੀ ਗੁਜ਼ਾਰਿਸ਼ਾਂ ਆ ਉੱਤੇ ਧਿਆਨ ਦੇਣ ਔਰ ਜਲਦੀ ਉਹਨਾਂ ਦੀਆਂ ਗੱਲਾਂ ਮੰਨਣ, ਤਾਂ ਕਿ ਸਾਡਾ ਦੇਸ਼ ਇੱਕ ਖੁਸ਼ਹਾਲ ਦੇਸ਼ ਬਣ ਸਕੇ ਔਰ ਹਰ ਇੱਕ ਭਾਰਤ ਵਾਸੀ ਇੱਕ ਖੁਸ਼ਹਾਲ ਨਾਗਰਿਕ ਬਣ ਸਕੇ। ਧੰਨਵਾਦ। ਅੱਛੇ ਸੰਬੰਧ ਨਾਲ ਹੀ ਖੜੇ ਹਨ। ਅਸੀਂ ਉਹਨਾਂ ਦੇ ਵੀ ਸੰਘਰਸ਼ ਦੇ ਮੁਤਲਕ ਬਿਆਨ ਜਾਣਨਾ ਚਾਹਾਂਗੇ, ਉਹਨਾਂ ਦਾ ਵੀ ਇਸ ਪਾਸੇ ਕੀ ਸੋਚ ਰਹੀ ਉਹ ਵੀ ਜਾਣਨਾ ਚਾਹਾਂਗੇ। ਮੈਂ ਫਗਵਾੜਾ ਪ੍ਰਾਈਮ ਟਾਈਮ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਸ਼ੁਰੂਆਤੀ ਦਿਨਾਂ ਤੋਂ ਇਸ ਮੁਹਿੰਮ ਨੂੰ ਆਪਣੇ ਕੈਮਰੇ ਰਾਹੀਂ ਸੰਗਤਾਂ ਤੱਕ ਪਹੁੰਚਾਇਆ। ਔਰ ਮੈਂ ਹਰਪ੍ਰੀਤ ਸਿੰਘ ਸੋਨੂ ਬਤੌਰ ਪ੍ਰੈਜ਼ੀਡੈਂਟ ਮਾਰਕੀਟ ਐਸੋਸੀਏਸ਼ਨ ਰਾਮਗੜੀਆ ਗੁਰਦੁਆਰਾ ਫਗਵਾੜਾ ਵੱਲੋਂ ਅਸੀਂ ਪਹਿਲੇ ਦਿਨ ਤੋਂ ਕਿਸਾਨੀ ਦੇ ਹੱਕ ਦੇ ਵਿੱਚ ਅਸੀਂ ਉਤਰੇ ਹਾਂ। ਔਰ ਮੇਰੇ ਨਾਲ ਪਿੰਡ ਦੀਪਕ ਕੁਰਬਾਨੀ ਜੀ ਜਿਹੜੇ ਸਾਡੇ ਸੈਕਟਰੀ ਸਾਹਿਬ ਨੇ ਔਰ ਸਾਡੇ ਚੇਅਰਮੈਨ ਸਾਹਿਬ ਵੀ ਇੱਥੇ ਪਹੁੰਚੇ ਨੇ, ਰਣਜੀਤ ਹਾਂਡਾ ਜੀ ਨੇ, ਉਹਨਾਂ ਨੂੰ ਵੀ ਮੈਂ ਧੰਨਵਾਦ ਕਹਿੰਦਾ, ਉਹ ਵੀ ਇੱਥੇ ਆਏ ਨੇ। ਔਰ ਮੈਂ ਮੋਦੀ ਸਰਕਾਰ ਨੂੰ ਇਹ ਅਪੀਲ ਕਰਨੀ ਚਾਹੁੰਦਾ ਵੀ ਮੋਦੀ ਸਰਕਾਰ ਇਹ ਸਿਰਫ ਤੁਹਾਡੀਆਂ ਜਿਹੜੀਆਂ ਲੋਕ ਮਾਰੂ ਨੀਤੀਆਂ ਨੇ, ਕਿਸਾਨ ਮਾਰੂ ਨੀਤੀਆਂ, ਘੱਟੋ ਘੱਟ ਇਹ ਕਾਲੇ ਕਾਨੂੰਨ ਵਾਪਸ ਲਓ। ਅੱਜ ਕੋਈ ਵੀ ਦੇਸ਼ ਦੀ, ਭਾਰਤ ਦੇਸ਼ ਦੀ ਐਸੀ ਕੋਈ ਪੋਲੀਟੀਕਲ ਪਾਰਟੀ, ਐਸੀ ਕੋਈ ਜਥੇਬੰਦੀ, ਸਮਾਜਿਕ ਸੰਸਥਾ ਕੋਈ ਇਹੋ ਜਿਹੀ ਨਹੀਂ ਹੈ ਜਿਹੜੀ ਕਿਸਾਨਾਂ ਦੇ ਹੱਕ 'ਚ ਨਹੀਂ। ਜੇ ਕੋਈ ਹੱਕ ਵਿੱਚ ਕਹਿਣ ਦਾ ਕਾਲੇ ਕਾਨੂੰਨਾਂ ਦੇ ਜੇ ਕੋਈ ਹੱਕ ਵਿੱਚ ਤਾਂ ਮੇਰੇ ਹਿਸਾਬ ਨਾਲ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ, ਰੱਦ ਕਰਨੇ ਚਾਹੀਦੇ।
ਬਹੁਤ ਹੀ ਅੱਛੇ ਵਿਚਾਰ ਸੀ ਇਹਨਾਂ ਦੇ ਨਾਲ ਸੈਂਟਰ ਸਰਕਾਰ ਨੂੰ ਕਹੂੰਗਾ ਸਾਰੇ ਲੋਕ ਇਹ ਵੀ ਸ਼ਾਮਿਲ ਜਾਵੇ ਪਹਿਲੇ ਕਰੋਨਾ ਨੇ ਮਾਰਿਆ ਦੇਸ਼ ਨੂੰ ਹਰਿਆਣਾ ਦੇ ਅੱਗੇ ਆ ਕੇ ਬਾਰ-ਬਾਰ ਲੋਕਾਂ ਦੇ ਡਰ ਦਿੱਤੇ ਆ ਲੋਕ ਵਰਦੇ ਪਏ ਆ ਪੰਜਾਬ ਕੋਲ ਆ ਕੇ ਦੇਖੋ ਪੰਜਾਬ ਬਿਲਕੁਲ ਬਾਜ਼ਾਰ ਬੰਦ ਪਏ ਸਾਰੇ ਕਾਰੋਬਾਰ ਸਾਰੇ ਜ਼ਿਮੀਂਦਾਰਾਂ ਨੂੰ ਸਮਰਥਨ ਕਰਦੇ ਆ ਕਾਲੇ ਨੂੰ ਵਾਪਸ ਭੇਜਣਾ। ਅਸੀਂ ਆਸ਼ਾ ਕਰਦੇ ਹਾਂ ਕਿ ਸੈਂਟਰ ਸਰਕਾਰ ਫਗਵਾੜਾ ਵਾਸੀਆਂ ਦੀ ਆਵਾਜ਼ ਸੁਣੇਗੀ ਔਰ ਜਲਦੀ ਇਸ ਕਾਲੇ ਕਾਨੂੰਨ ਦਾ ਰੱਦ ਕਰੇਗੀ। ਥੈਂਕ ਯੂ। ਇਹਨੇ ਮੋਦੀ ਨੇ ਜੋ ਬਿੱਲ ਪੇਸ਼ ਕੀਤੇ ਇਹ ਕਿਸਾਨੀ ਦੇ ਮੌਤ ਦਾ ਵਾਰੰਟ ਹੈ ਇੱਕ ਤਰ੍ਹਾਂ ਦਾ, ਕਿਉਂਕਿ ਮੋਦੀ ਜਿਹੜਾ ਅਡਾਨੀ ਅਬਾਨੀ ਟਾਟਾ ਬਿਰਲਿਆਂ ਨੂੰ ਹੀ ਪ੍ਰਮੋਟ ਕਰ ਰਿਹਾ ਔਰ ਜਿਹੜੀ ਕਿਸਾਨੀ ਦੁਬਾਰਾ ਸਾਨੂੰ ਇਹ ਗੁਲਾਮ ਕਰ ਰਿਹਾ ਮੋਦੀ। ਇਸ ਕਰਕੇ ਲੋਕਾਂ ਨੇ ਭੋਲੇ ਭਾ ਪਬਲਿਕ ਭੋਲੀ ਜਨਤਾ ਉਹਨਾਂ ਨੇ ਵੋਟਾਂ ਪਾਤੀਆਂ। ਪਹਿਲੇ 5 ਸਾਲ ਇਹਨੇ ਆਪਣਾ ਪੈਰ ਮਜ਼ਬੂਤ ਕੀਤੇ, ਦੂਜੇ ਸਾਲ ਰਾਜ ਸਭਾ ਜਦੋਂ ਇਹਦਾ ਬਹੁਮਤ ਹੋ ਗਿਆ ਤੇ ਆਪਣੀਆਂ ਚਮਦੀਆਂ ਚਲਾਉਣ ਲੱਗ ਪਿਆ। ਸਭ ਤੋਂ ਪਹਿਲਾਂ ਕਸ਼ਮੀਰ ਦੇ 2 ਟੁਕੜੇ ਕੀਤੇ। ਕਸ਼ਮੀਰ ਦੇ ਵਿੱਚ ਜੋ ਸਟੇਟ ਸੀ ਉਹਨੂੰ ਤੋੜ ਕੇ ਕੇਂਦਰ ਸ਼ਾਸਿਤ ਕਰ ਦਿੱਤਾ। ਉਹ ਮੁਸਲਮਾਨਾਂ ਨਾਲ ਬਹੁਤ ਭਾਰੀ ਧੱਕਾ ਕੀਤਾ। ਦੂਸਰਾ ਉਦੋਂ ਬਾਅਦ ਕਿਉਂਕਿ ਇਹਦਾ ਏਜੰਡਾ ਤੁਹਾਡਾ ਕਹਿਣਾ ਚਾਹ ਰਿਹਾ ਕਿ ਇਹ ਡੈਮੋਕ੍ਰੇਸੀ ਦਾ ਦਮਨ ਹੋ ਰਿਹਾ ਜੀ। ਇਹ ਜੋ ਡਿਕਟੇਟਰਸ਼ਿਪ ਆ, ਡੈਮੋਕ੍ਰੇਸੀ ਹੈ ਹੀ ਨਹੀਂ ਛੱਡੀ ਇਹਨੇ। ਇਹ ਡਿਕਟੇਟਰ ਬਣ ਗਿਆ ਕਿ ਜਿਵੇਂ ਬਾਬਰ ਤੇ ਹੋਰ ਲੁਟੇਰੇ ਆਉਂਦੇ ਸੀ ਦੇਸ਼ ਨੂੰ ਲੁੱਟਣ। ਬਿਲਕੁਲ ਠੀਕ ਹੈ ਸਰ। ਹੁਣ ਅਸੀਂ ਬਾਕੀ ਦੇ ਬੁਲਾਰਿਆਂ ਦਾ ਵੀ ਲਵਾਂਗੇ ਬਿਆਨ। ਹਾਂਜੀ ਸਰ, ਕਾਲੇ ਕਾਨੂੰਨ ਗਵਰਨਮੈਂਟ ਨੂੰ ਵਾਪਸ ਲਾਣੇ ਚਾਹੀਦੇ, ਮੋਦੀ ਸਰਕਾਰ ਨੂੰ ਜੀ ਅਸੀਂ ਇਹੀ ਕਹਿ ਰਹੇ ਹਾਂ। ਠੀਕ ਹੈ ਜੀ, ਤੁਹਾਡਾ ਕੀ ਵਿਚਾਰ ਹੈ? ਇਹ ਜੀ ਕਾਲੇ ਕਾਨੂੰਨ ਬੰਦ ਹੋਣੇ ਚਾਹੀਦੇ ਆ ਜੀ, ਮੋਦੀ ਸਰਕਾਰ ਇੱਥੇ ਰਹਿਣੀ ਨਹੀਂ ਚਾਹੀਦੀ। ਕਿ ਇਹਦੀ ਥਾਂ ਤੇ MS ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ? ਹਾਂਜੀ ਉਹ ਲਾਗੂ ਹੋਣੀ ਚਾਹੀਦੀ। ਕਿ ਸਾਰੇ ਕਿਸਾਨ ਚਾਹੁੰਦੇ ਹਨ ਕਿ MS ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਆ ਜੀ, ਜ਼ਰੂਰ ਕਾਲੇ ਕਾਨੂੰਨ ਰੱਦ ਹੋਣੇ ਚਾਹੀਦੇ ਆ। ਮੋਦੀ ਨੂੰ ਗੱਦੀ ਤੋਂ ਲਾਉਣਾ ਚਾਹੀਦਾ ਜੀ। ਬਿਲਕੁਲ ਠੀਕ ਹੈ ਜੀ। ਆ ਵਿਚਾਰ ਸਾਡੇ ਕੋਲ ਸਾਹਮਣੇ ਆ ਰਹੇ ਹਨ ਇੱਥੇ ਦੀ। ਹੁਣ ਅਸੀਂ ਤੁਹਾਨੂੰ ਇੱਦਾਂ ਹੀ ਦਿੰਦੇ ਰਵਾਂਗੇ ਵਿਚਾਰ ਜਿਹੜੇ ਇੱਦਾਂ ਸਾਡੇ ਨਾਲ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ। ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ, ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ। ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ, ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ। ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ। ਹੁਣ ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ। ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ, 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ। ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ, 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ। ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ, ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ। ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ। ਹੁਣ ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ। ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ, ਸਿੱਧੀ ਪਾਉਣੇ ਆਏ ਆ ਵੰਗਾਰ ਤੈਨੂੰ ਨੀ। ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ, ਸਿੱਧੀ ਪਾਉਣੇ ਆਏ ਆ ਵੰਗਾਰ ਤੈਨੂੰ ਨੀ। ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ, ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ। ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ, ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ। ਹੁਣ ਮੁੜਦੇ ਨਹੀਂ ਲੈ ਬਿਨਾ ਹੱਕ ਦਿੱਲੀਏ। ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ, ਆਪਣੀ ਬਚਾਉਣੀ ਅਸੀਂ ਪੱਗ ਜਾਣਦੇ। ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ,
ਅੱਖ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਸਬਰਾਂ ਨੂੰ ਬੱਲਿਆਂ ਚ ਬੰਨ ਨਿਕਲੇ 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਸਬਰਾਂ ਨੂੰ ਬੱਲਿਆਂ ਚ ਬੰਨ ਨਿਕਲੇ 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ ਸਿੱਧੀ ਪਾਉਣੇ ਆਏ ਆ ਵੰਗਾਰ ਤੈਨੂੰ ਨੀ ਨੱਕੋ ਨੱਕ ਹੋਇਆ ਜੋ ਹੰਕਾਰ ਤੈਨੂੰ ਨੀ ਸਿੱਧੀ ਪਾਉਣੇ ਆਏ ਆ ਵੰਗਾਰ ਤੈਨੂੰ ਨੀ ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ ਆਪਣੀ ਬਚਾਉਣੀ ਅਸੀਂ ਪੱਗ ਜਾਣਦੇ ਛੱਡ ਦੇ ਇਰਾਦੇ ਸਾਨੂੰ ਹੱਥ ਪਾਉਣ ਦੇ ਆਪਣੀ ਬਚਾਉਣੀ ਅਸੀਂ ਪੱਗ ਜਾਣਦੇ ਸਾਡੇ ਖੇਤਾਂ ਤੇ ਰੱਖੇ ਅੱਖ ਦਿੱਲੀਏ ਸਾਡੇ ਖੇਤਾਂ ਤੇ ਰੱਖੇ ਅੱਖ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨੀ ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ ਕਾਫਲੇ ਤੂਫਾਨਾਂ ਵਾਂਗ ਚੜੇ ਆਉਂਦੇ ਨੇ ਅੱਗੇ ਹੋਏ ਰੋ ਨਾਲ ਭਰੇ ਆਉਂਦੇ ਨੇ ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ ਮਹਿਲਾ ਵਿੱਚ ਨਿਕਲ ਕੇ ਤੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਹੁਣ ਮੁੜਦੇ ਨੀ ਲੈ ਬਿਨਾ ਹੱਕ ਦਿੱਲੀਏ ਸਬਰਾਂ ਨੂੰ ਬੱਲਿਆਂ ਚ ਬੰਨ ਨਿਕਲੇ 6 ਮਹੀਨਿਆਂ ਦਾ ਲੈ ਕੇ ਅੰਨ ਨਿਕਲੇ ਸਬਰਾਂ ਨੂੰ ਬੱਲਿਆਂ ਚ ਬੰਨ ਨਿਕਲੇ 6 ਮਹੀਨਿਆਂ ਦਾ ਲੈ ਫਗਵਾੜਾ ਦੀਆਂ ਲੇਟੈਸਟ ਖਬਰਾਂ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਫਗਵਾੜਾ ਪ੍ਰਾਈਮ ਟਾਈਮ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਨੂੰ ਪ੍ਰੈਸ ਕਰੋ।